ਲੇਖਕ ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਭਾਗ 3। ਅਸੀਂ ਚੰਡੀਗੜ੍ਹ ਚਲੇ ਗਏ ਤੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਇੱਕ ਬੰਗਲੇ ਵਿੱਚ ਅਸੀਂ ਰਹਿਣ ਲੱਗੇ ਜੋ ਓਪਨ ਏਅਰ ਥੀਏਟਰ ਦੇ ਪਿਛਵਾੜੇ ਸੀ। ਇਹ ਓਪਨ ਏਅਰ ਥੀਏਟਰ ਮੋਟੇ ਪੱਥਰਾਂ ਦਾ ਬਣਿਆ ਇੱਕ ਨਿੱਕਾ ਜਿਹਾ ਕਿਲਾ ਸੀ। ਭੂਤੀਆ ਮਹਿਲ ਜੋ ਸਾਰਾ ਸਾਲ ਸੁੰਨਾ ਪਿਆ ਰਹਿੰਦਾ। ਬਸ ਜਦੋਂ ਕੋਈ ਵੱਡਾ ਆਦਮੀ ਮਰ ਜਾਂਦਾ ਤਾਂ ਇਸ ਥੀਏਟਰ ਵਿੱਚ ਮਾਤਮੀ ਸਮਾਰੋਹ ਹੁੰਦਾ, ਕਿਉਂ ਜੋ ਇਸ ਦੀਆਂ ਪੱਥਰਾਂ ਦੀਆਂ ਵੱਡੀਆਂ ਪੌੜੀਆਂ ਦੇ ਵਿਸ਼ਾਲ ਘਿਰੇ ਵਿੱਚ 2000 ਆਦਮੀ ਜੁੜ ਬੈਠਦੇ ਸਨ। ਇਸ ਥੀਏਟਰ ਵਿੱਚ ਕੋਈ ਨਾਟਕ ਘੱਟ ਹੀ ਹੋਇਆ ਸੀ। ਇਸ ਦੇ ਦੋਵੇਂ ਵਿੰਗਸ ਬੰਦ ਸਨ। ਅੰਦਰ ਚਮਗਾਦੜਾਂ ਤੇ ਕਬੂਤਰਾਂ ਦੀ ਬੂ ਸੀ ਤੇ ਖੌਫਨਾਕ ਚੁੱਪ। ਮੈਂ ਇਸ ਦੇ ਬੰਦ ਪਥਰੀਲੀ ਕੰਧ ਦੇ ਇੱਕ ਪਾਸੇ ਮੋਟੀ ਲੱਕੜ ਦਾ ਨਿੱਕਾ ਮਹਿਰਾਬੀ ਬੂਹਾ ਲਗਵਾ ਦਿੱਤਾ ਜੋ ਕਿਸੇ ਗੁਫਾ ਦੇ ਮੂੰਹ ਵਾਂਗ ਜਾਪਦਾ ਸੀ। ਥੀਏਟਰ ਦੇ ਅੰਦਰ ਨਵਾਂ ਰੰਗ ਰੋਗਨ ਕਰਵਾ ਕੇ ਤੇ ਬਿਜਲੀ ਦੇ ਤੇਜ਼ ਲੈਂਪ ਲਗਵਾ ਕੇ ਸਾਰੇ ਥੀਏਟਰ ਕਮਰਿਆਂ ਤੇ ਗੁਲਾਮ ਗਰਦਸ਼ਾਂ ਨੂੰ ਚਮਕਾ ਦਿੱਤਾ। ਮੰਚ ਪਿਛਲੇ ਦਲਾਨ ਨੂੰ, ਜਿੱਥੇ ਕਾਠ ਕਬਾੜ ਪਿਆ ਸੀ, ਮਿਹਨਤ ਨਾਲ ਇੱਕ ਸਟੂਡੀਓ ਥੀਏਟਰ ਵਿੱਚ ਬਦਲ ਦਿੱਤਾ। ਇਸ ਦਾ ਨਿੱਕਾ ਮੰਚ ਸਾਗਵਾਨ ਦੀ ਲੱਕੜ ਦਾ ਸੀ ਜੋ ਸਟੂਡੀਓ ਥੀਏਟਰ ਵਿੱਚ ਨਗੀਨੇ ਵਾਂਗ ਜੜਿਆ ਹੋਇਆ ਸੀ। 4 ਚੁਫੇਰੇ ਲੱਕੜ ਦੀਆਂ ਪੌੜੀਆਂ ਸਨ ਜਿਨ੍ਹਾਂ ਉੱਤੇ ਰੰਗਦਾਰ ਗੱਦੇ ਰੱਖੇ ਹੋਏ ਸਨ। ਜਦੋਂ ਡਰਾਮਾ ਹੁੰਦਾ ਇਸ ਨਿੱਘੇ ਤੇ ਨਿੱਕੇ ਸਟੂਡੀਓ ਥੀਏਟਰ ਵਿੱਚ 150 ਦੇ ਕਰੀਬ ਦਰਸ਼ਕ ਜੁੜ ਬੈਠਦੇ। ਇਸੇ ਸਟੂਡੀਓ ਵਿੱਚ ਮੈਂ ਨਾਟਕਾਂ ਦੇ ਤਜਰਬੇ ਕੀਤੇ ਤੇ ਮੁੰਡੇ ਕੁੜੀਆਂ ਨੂੰ ਨਾਟਕ ਪੜ੍ਹਾਇਆ। ਜਿਨੀ ਨੇ ਮੇਰੀਆਂ ਸਹੇਲੀਆਂ ਤੇ ਫੋਟੋਗ੍ਰਾਫਰ ਤੇ ਚਿੱਠੀਆਂ ਇਕੱਠੀਆਂ ਕਰ ਲਈਆਂ। ਚਿੱਠੀਆਂ ਜਿਨ੍ਹਾਂ ਉੱਤੇ ਲਿਪਸਟਿਕ ਦੇ ਨਿਸ਼ਾਨ ਸਨ, ਇਤਰ ਫਲੈਲ ਦੀ ਖੁਸ਼ਬੂ ਸੀ ਅਤੇ ਉਹਨਾਂ ਦੀਆਂ ਜ਼ੁਲਫਾਂ ਤੇ ਤਿਤਲੀਆਂ ਦੇ ਪਰਾਂ ਦੇ ਤੋਹਫੇ ਸਨ। ਮੈਂ ਜਿਨੀ ਨੂੰ ਦੱਸਿਆ ਕਿ ਇਹ ਕੁੜੀਆਂ ਕੌਣ ਸਨ। ਹਿਲਡਾ ਜੋ ਵਾਰਸਾ ਤੋਂ ਮੈਨੂੰ ਮਿਲਣ ਆਈ ਸੀ ਤੇ ਮੇਰੇ ਕੋਲ ਮਹੀਨਾ ਠਹਿਰੀ ਸੀ। ਜੂਡੀ ਜਿਸ ਨੇ ਮੈਨੂੰ ਲੰਮੇ ਟੈਲੀਫੋਨ ਕੀਤੇ। ਇੱਕ ਇੰਡੀਅਨ ਐਕਟਰਸ ਜਿਸ ਨੇ ਮੈਨੂੰ ਜਵਾਨੀ ਵਿੱਚ ਧੋਖਾ ਦਿੱਤਾ ਤੇ ਫਿਲਮਾਂ ਵਿੱਚ ਜਾ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ। ਮਾਰਸ਼ਾ ਜੋ ਖੁਦਕੁਸ਼ੀ ਕਰਨ ਨੂੰ ਫਿਰਦੀ ਸੀ ਤੇ ਹੋਰ ਕੁੜੀਆਂ। ਇਹ ਸਾਰੀਆਂ ਕੁੜੀਆਂ ਦੇ ਫੋਟੋਗ੍ਰਾਫ ਜਿਨੀ ਨੇ ਬੜੀ ਅਹਿਮੀਅਤ ਨਾਲ ਨੰਬਰ ਤੇ ਨਿਸ਼ਾਨ ਲਾ ਕੇ ਇੱਕ ਵੱਡੇ ਲਿਫਾਫੇ ਵਿੱਚ ਰੱਖ ਦਿੱਤੇ ਤੇ ਫਿਰ ਇਹਨਾਂ ਨੂੰ ਨਿੱਕੇ ਜਿਹੇ ਹਰੇ ਸੂਟਕੇਸ ਵਿੱਚ ਸਾਂਭ ਦਿੱਤਾ। ਇਹ ਸਾਰੀਆਂ ਇੱਥੇ ਦਫਨ ਹਨ। ਤੇਰੀਆਂ ਪੁਰਾਣੀਆਂ ਮਹਿਬੂਬਾਵਾਂ ਇਹ ਸਭ ਸਾਂਭੀਆਂ ਪਈਆਂ ਹਨ ਇੱਥੇ। ਪਿਆਰੇ, ਮੈਂ ਤੈਨੂੰ ਪਿਆਰ ਕਰਦੀ ਹਾਂ ਕਿਉਂਕਿ ਤੂੰ ਮੈਨੂੰ ਆਪਣੀ ਵਹੁਟੀ ਦੇ ਤੌਰ ਤੇ ਚੁਣਿਆ। ਤੇਰੀ ਆਖਰੀ ਦਮਾਂ ਤੱਕ ਦੀ ਸਾਥਣ। ਜਿੰਨੀ ਬਹੁਤਾ ਸਮਾਂ ਨਾਵਲ ਪੜ੍ਹਨ ਵਿੱਚ ਗੁਜ਼ਾਰਦੀ, ਅਮਰੀਕਨ ਮੈਗਜ਼ੀਨ ਤੇ ਬੱਚੇ ਜੰਮਣ ਦੇ ਪਾਲਣ ਬਾਰੇ ਕਿਤਾਬਾਂ ਪੜ੍ਹਦੀ। ਉਸਨੇ ਲਾਈਫ ਮੈਗਜ਼ੀਨ ਵਿੱਚੋਂ ਰੰਗੀਨ ਤਸਵੀਰਾਂ ਤੇ ਗਰਭ ਵਿੱਚ ਬੱਚੇ ਦੀਆਂ ਬਦਲਦੀਆਂ ਸਥਿਤੀਆਂ ਦੀ ਮੂਰਤਾਂ ਕੱਟ ਕੇ ਰੱਖ ਛੱਡੀਆਂ ਸਨ। ਉਸਨੇ ਮੈਨੂੰ ਬੱਚੇ ਦੀ ਹੋਂਦ ਅਤੇ ਜੰਮਣ ਤੋਂ ਪਹਿਲਾਂ ਦੇ ਬਦਲਦੇ ਰੂਪ ਦਿਖਾਏ। ਝੱਗ ਵਰਗਾ ਨਰਮ ਮਾਸ, ਬਰੀਕ ਤਰਦੀਆਂ ਨਾੜਾਂ, ਪੀਲੇ ਤੇ ਪਿਆਜੀ ਲਹਿਰੀਏ, ਅਣਜੰਮੇ ਬੱਚੇ ਦਾ ਤਰਲ ਪਦਾਰਥ। ਉਹ ਗਰਭਵਤੀ ਸੀ ਤੇ ਆਪਣੇ ਅੰਦਰ ਲੱਤਾਂ ਮਾਰਦੇ ਅਤੇ ਧੁਰਲੀ ਛੱਡਦੇ ਬੱਚੇ ਨੂੰ ਮਹਿਸੂਸ ਕਰ ਰਹੀ ਸੀ। ਚੰਡੀਗੜ੍ਹ ਦੀ ਸਖਤ ਗਰਮੀ ਵਿੱਚ ਉਸਨੂੰ ਸਾਹ ਔਖਾ ਆਉਂਦਾ। ਮੇਰਾ ਘਰ ਤਪਦੇ ਤੰਦੂਰ ਵਗਦਾ ਸੀ। ਇੱਕ ਦਿਨ ਮੈਂ ਥੀਏਟਰ ਤੋਂ ਵਾਪਸ ਆਇਆ ਤਾਂ ਜਿਨੀ ਪਲੰਘ ਤੇ ਪਈ ਹਫ ਰਹੀ ਸੀ। ਉਹ ਇੱਕ ਅਲੜ ਕੁੜੀ ਵਾਂਗ ਰੋਂਦੀ ਹੋਈ ਆਖਣ ਲੱਗੀ, ਮੈਥੋਂ ਇਹ ਗਰਮੀ ਬਰਦਾਸ਼ਤ ਨਹੀਂ ਹੁੰਦੀ। ਇਤਨੀ ਗਰਮੀ, ਮੈਨੂੰ ਸਾਹ ਨਹੀਂ ਆਉਂਦਾ। ਮੈਨੂੰ ਠੰਡੀ ਹਵਾ ਦੀ ਲੋੜ ਹੈ, ਆਈਸਕ੍ਰੀਮ ਦੀ, ਮਿਲਕ ਸ਼ੇਕ ਦੀ। ਮੈਂ ਪਸੀਨੇ ਨਾਲ ਭਿੱਜੀ ਪਈ ਹਾਂ। ਮੈਂ ਇਸ ਗਰਮੀ ਵਿੱਚ ਨਹੀਂ ਸੀ ਬਣੀ। ਮੈਨੂੰ ਸਾਹ ਨਹੀਂ ਆਉਂਦਾ। ਮੈਂ ਉਸ ਵੇਲੇ ਬਾਹਰ ਏਅਰ ਕੰਡੀਸ਼ਨ ਦੀ ਤਲਾਸ਼ ਵਿੱਚ ਨਿਕਲ ਗਿਆ। ਚਾਹੇ ਕਿਰਾਏ ਤੇ ਲਵਾਂ, ਚਾਹੇ ਖਰੀਦਾਂ। ਆਖਰ ਇੱਕ ਸੈਕਿੰਡ ਹੈਂਡ ਵਿਦੇਸ਼ੀ ਏਅਰ ਕੰਡੀਸ਼ਨ ਮਿਲ ਗਿਆ। ਮੈਂ ਇਸ ਦੇ ਮਾਲਕ ਨੂੰ ਅੱਧੇ ਪੈਸੇ ਨਗਦ ਤੇ ਅੱਧੇ ਪੈਸਿਆਂ ਦਾ ਹੁੰਡੀ ਵਰਗਾ ਚੈੱਕ ਦਿੱਤਾ ਤੇ ਸ਼ਾਮ ਤੱਕ ਏਅਰ ਕੰਡੀਸ਼ਨ ਬੈੱਡਰੂਮ ਵਿੱਚ ਫਿੱਟ ਕਰਵਾ ਲਿਆ। ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜਿਨੀ ਮੁਸਕਰਾਈ। ਫਿਰ ਉਹ ਹੱਸਣ ਲੱਗੀ ਬੱਚਿਆਂ ਵਾਂਗ ਜਦੋਂ ਏਅਰ ਕੰਡੀਸ਼ਨ ਠੰਡੀ ਹਵਾ ਦੇ ਬੁੱਲੇ ਸੁੱਟਣ ਲੱਗਾ। ਜਿਨੀ ਨੂੰ ਅੱਧੀ ਰਾਤੀ ਦਰਦਾਂ ਹੋਣ ਲੱਗੀਆਂ। ਨੌਜਵਾਨ ਪ੍ਰੋਫੈਸਰ ਵਿਸ਼ਵਨਾਥ ਤਿਵਾੜੀ, ਕੈਂਪਸ ਦਾ ਸਾਹਿਤਕ ਬਜਰੰਗਬਲੀ, ਆਪਣੀ ਕਾਰ ਲੈ ਕੇ ਸਾਡੀ ਮਦਦ ਲਈ ਆਇਆ। ਜਿਨੀ ਨੇ ਸੂਟਕੇਸ ਵਿੱਚ ਹਰ ਚੀਜ਼ ਪਹਿਲਾਂ ਹੀ ਤਿਆਰ ਕਰ ਰੱਖੀ ਸੀ। 2 ਦਰਜਨ ਪੋਤੜੇ, ਨਿੱਕੀਆਂ ਫਰਾਕਾਂ, ਨਿੱਕੇ ਸਰਹਾਣੇ, ਗਰਮ ਪਾਣੀ ਦੀ ਬੋਤਲ, ਸੁਰਾਹੀ, ਦਵਾਈਆਂ ਤੇ ਜਨੇਪੇ ਵਿੱਚ ਪਹਿਨਣ ਦਾ ਲਿਬਾਸ। ਮੇਰੀ ਵਿਧਵਾ ਭੈਣ ਸ਼ਾਂਤੀ ਤਿਵਾੜੀ ਦੀ ਕਾਰ ਵਿੱਚ ਬੈਠ ਕੇ ਗਈ। ਡਾਕਟਰਾਂ ਨੇ ਮੈਨੂੰ ਆਖਿਆ ਕਿ ਮੈਂ ਸਵੇਰੇ ਪਤਾ ਕਰਾਂ।
मैं पिता बनने की खुशी ते गुरूर विच वापस आया। जीनी ने बच्चे दे नाम की एक वड्डी लिस्ट तैयार की सी। 50 ਨਾਂ पुत लई ते 50 ਨਾਂ धी लई। ਉਹ ਇਹਨਾਂ ਹਿੰਦੁਸਤਾਨੀਆਂ ਨਾਵਾਂ ਨੂੰ ਬੋਲ ਕੇ ਟਣਕਾਉਂਦੀ ਤੇ ਸੁਣਦੀ। ਸਰਵਣ, ਅਰਜਨ, ਲਛਮਣ, ਸੀਤਾ, ਰੀਤਾ, ਗੀਤਾ। ਇਹਨਾਂ ਨਾਵਾਂ ਨਾਲ ਕੀ ਸ਼ਕਲ ਉਭਰਦੀ ਸੀ। ਹਰ ਨਾਂ ਦੇ ਉਹ ਨਕਸ਼ ਸੋਚਦੀ। ਇਹ ਨਾ ਮੋਟਾ ਹੈ ਨਾ ਪਤਲਾ ਹੈ। ਹਰ ਰੋਜ਼ ਉਹ ਲਿਸਟ ਨੂੰ ਬਦਲ ਦਿੰਦੀ। ਕੁਝ ਨਾਂ ਹੋਰ ਪਾ ਦਿੰਦੀ ਤੇ ਕੁਝ ਕੱਢ ਦਿੰਦੀ। ਉਹ ਆਪਣੇ ਖਾਨਦਾਨ ਦੇ ਵੀ ਭਾਰਤੀ ਨਾਵਾਂ ਦੇ ਨਾਲ ਤੁਲਨਾ ਕਰਕੇ ਕਈ ਨਾਂ ਸੋਚਦੀ। ਦੂਜੀ ਸਵੇਰ ਮੈਂ ਛੇਤੀ ਉੱਠ ਖੜੋਤਾ। ਘਰ ਬੜਾ ਖਾਲੀ ਜਾ ਪਿਆ। ਉਹ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਨਾਲ ਹੀ ਲੈ ਗਈ ਸੀ। ਨਿੱਕੀਆਂ ਨਿੱਕੀਆਂ ਘਰੇਲੂ ਕਤਾਣੀਆਂ, ਤੁਮਣੀਆਂ ਉਹ ਫਰਾਕਾਂ ਸਿਉਂਦੀ ਤੇ ਉਨੀ ਸਵੈਟਰ ਬੁਣਦੀ। ਇਹਨਾਂ ਨਾਲ ਉਸ ਨੂੰ ਆਰਾਮ ਮਿਲਦਾ ਤੇ ਉਹ ਆਉਣ ਵਾਲੇ ਬੱਚੇ ਦੀ ਤਿਆਰੀ ਲਈ ਫਰਾਕਾਂ ਸੀਣ ਦਾ ਚੰਗਾ ਸ਼ਗਨ ਸਮਝਦੀ। ਪਰ ਸ਼ਾਂਤੀ ਨੇ ਜੀਨੀ ਨੂੰ ਕਿਹਾ, ਇੰਨੀ ਦਿਨੀ ਤੈਨੂੰ ਕੱਪੜੇ ਨਹੀਂ ਸੀਣੇ ਚਾਹੀਦੇ। ਜੀਨੀ ਨੇ ਪੁੱਛਿਆ, ਕਿਉਂ? ਸ਼ਾਂਤੀ ਬੋਲੀ, ਬੱਚੇ ਦਾ ਮੂੰਹ ਸੀਤਾ ਜਾਏਗਾ, ਕਿਤੇ ਗੂੰਗਾ ਹੀ ਨਾ ਜੰਮ ਪਵੇ। ਜੀਨੀ ਹੱਸੀ, ਮੈਂ ਚਾਹੁੰਦੀ ਹਾਂ ਕਿ ਮੇਰਾ ਬੱਚਾ ਦਿਨ ਰਾਤ ਚੱਪੜ ਗੱਲਾਂ ਨਾ ਮਾਰੀ ਜਾਏ। ਰੱਬ ਨੇ ਸੁੱਖ ਰੱਖੀ ਤਾਂ ਉਹ ਇੱਕ ਸ਼ਾਂਤ ਯੋਗੀ ਹੋਵੇਗਾ। ਮੈਂ ਚਾਹ ਪੀਂਦਾ ਹੋਇਆ ਸੋਚਣ ਲੱਗਾ ਕਿ ਜੀਨੀ ਸੂਤਕ ਪੀੜਾ ਵਿੱਚ ਹੋਵੇਗੀ। ਸ਼ਾਇਦ ਬੱਚਾ ਪੈਦਾ ਹੋ ਗਿਆ ਹੋਵੇ। ਜੇ ਧੀ ਜੰਮੀ ਤਾਂ ਉਸ ਦੇ ਜੀਨੀ ਵਰਗੇ ਲੰਮੇ ਵਾਲ ਤੇ ਖੂਬਸੂਰਤ ਚਿਹਰਾ ਤੇ ਹੋਵੇਗਾ ਉਸੇ ਦਾ ਰੰਗ ਰੂਪ ਤੇ ਲੰਮੀਆਂ ਉਂਗਲਾਂ। ਜੇ ਪੁੱਤ ਹੋਇਆ ਤਾਂ ਉਸ ਦੀਆਂ ਅੱਖਾਂ ਦਾ ਰੰਗ ਕੀ ਹੋਵੇਗਾ? ਉਸ ਦੇ ਵਾਲਾਂ ਦਾ ਰੰਗ ਹੋ ਸਕਦਾ ਉਸ ਦੀਆਂ ਗੱਲਾਂ ਲਾਲ ਹੋਣ ਜਾਂ ਸ਼ਾਇਦ ਕਣਕ ਭਿੰਨਾ ਤੇ ਨੀਲੀਆਂ ਅੱਖਾਂ। ਮੈਂ ਲਾਨ ਦੇ ਕਿਨਾਰੇ ਵਿੱਚੋਂ ਗੁਲਾਬ ਦੇ ਫੁੱਲ ਤੋੜੇ, ਗੁਲਦਸਤਾ ਬਣਾਇਆ ਤੇ ਹਸਪਤਾਲ ਚਲਾ ਗਿਆ। ਕਾਊਂਟਰ ਉੱਤੇ ਖੜੀ ਨਰਸ ਨੇ ਮੇਰਾ ਨਾਂ ਪੁੱਛਿਆ, ਮੈਨੂੰ ਹਸਪਤਾਲ ਦੇ ਸਲੀਪਰ ਪਾਉਣ ਲਈ ਆਖਿਆ ਤੇ ਸੂਤਕ ਵਾਲੇ ਕਮਰੇ ਵਿੱਚ ਲੈ ਗਈ। ਜੀਨੀ ਮੰਜੀ ਤੇ ਪਈ ਦਰਦ ਨਾਲ ਮਿਰ ਰਹੀ ਸੀ। ਉਸਨੇ ਹੱਥ ਫੈਲਾ ਕੇ ਆਖਿਆ, ਡੀਅਰ, ਦਰਦਾਂ ਨਾਲ ਮੇਰੀਆਂ ਮੁੱਠੀਆਂ ਮਿਚ ਜਾਂਦੀਆਂ ਨੇ। ਸ਼ਾਇਦ ਹਾਲੇ ਹੋਰ ਦੇਰ ਲੱਗੇਗੀ। ਸ਼ੁਕਰੀਆ ਤੇਰੇ ਆਉਣ ਦਾ। ਸ਼ੁਕਰੀਆ ਗੁਲਾਬ ਦੇ ਫੁੱਲ ਲਿਆਉਣ ਦਾ। ਉਸਨੇ ਗੁਲਾਬ ਦੇ ਫੁੱਲ ਚੁੰਮੇ ਤੇ ਇੱਕ ਪਾਸੇ ਰੱਖ ਦਿੱਤੇ। ਮੈਂ ਪੁੱਛਿਆ, ਕਿਸੇ ਹੋਰ ਚੀਜ਼ ਦੀ ਲੋੜ ਹੈ? ਆਈਸਕ੍ਰੀਮ ਖਾਣ ਨੂੰ ਜੀ ਕਰਦਾ ਹੈ। ਬੱਚਾ ਹੋਣ ਪਿੱਛੋਂ। ਮੈਂ ਦੁਪਹਿਰ ਪਿੱਛੋਂ ਦੁਬਾਰਾ ਹਸਪਤਾਲ ਦਾਖਲ ਹੋਇਆ। ਡਾਕਟਰ ਨੇ ਆਖਿਆ, ਪਹਿਲਾ ਬੱਚਾ ਹੈ, ਹਾਲੇ ਵਕਤ ਲੱਗੇਗਾ, ਸ਼ਾਇਦ ਰਾਤ ਦੇ 10 ਵਜੇ ਤੀਕਰ। ਹਾਲੇ ਤੁਸੀਂ ਆਰਾਮ ਕਰੋ, ਸਭ ਠੀਕ ਹੋ ਜਾਵੇਗਾ। ਮੈਂ ਵਾਪਸ ਥੀਏਟਰ ਚਲਾ ਗਿਆ ਤੇ ਪ੍ਰਾਚੀਨ ਸੰਸਕ੍ਰਿਤ ਨਾਟਕ ਮਿੱਟੀ ਦਾ ਗਡੀਹਰਾ ਦੀ ਰਿਹਰਸਲ ਵਿੱਚ ਮਸ਼ਰੂਫ ਹੋ ਗਿਆ। ਰਿਹਰਸਲ ਪਿੱਛੋਂ ਮੈਂ ਇੱਕ ਸ਼ਾਦੀ ਦੀ ਪਾਰਟੀ ਤੇ ਚਲਾ ਗਿਆ। ਜਦੋਂ ਮੈਂ ਕੇਕ ਖਾ ਕੇ ਆਈਸਕ੍ਰੀਮ ਖਾਣ ਲੱਗਾ ਤਾਂ ਇੱਕਦਮ ਜੀਨੀ ਯਾਦ ਆ ਗਈ। ਇੱਕ ਜਰਨਲਿਸਟ ਦੋਸਤ ਮੇਰੇ ਵੱਲ ਤੁਰ ਕੇ ਆਇਆ ਤੇ ਆਖਣ ਲੱਗਾ, ਮੁਬਾਰਕਾਂ, ਬਹੁਤ ਸੋਹਣੀ ਸ਼ਾਦੀ ਹੈ। ਮੈਂ ਆਖਿਆ। ਉਸਨੇ ਪਾਈਪ ਖਿੱਚਿਆ ਤੇ ਧੂੰਆਂ ਛੱਡਦੇ ਨੇ ਆਖਿਆ, ਹੁਣ ਮੁਬਾਰਕਾਂ ਨੂੰ ਟਾਲੋ ਨਾ, ਸ਼ੈਂਪੇਨ ਦੀ ਪਾਰਟੀ ਲਵਾਂਗੇ, ਤੁਹਾਡੇ ਪੁੱਤ ਹੋਇਆ ਏ। ਕੀ ਆਖਿਆ? ਉਹ ਦਰਅਸਲ ਹਸਪਤਾਲ ਕਿਸੇ ਰਿਸ਼ਤੇਦਾਰ ਨੂੰ ਦੇਖਣ ਗਿਆ ਸੀ। ਉੱਥੇ ਉਸਨੂੰ ਪਤਾ ਲੱਗਾ ਕਿ ਜੀਨੀ ਨੇ ਪੁੱਤ ਜੰਮਿਆ ਹੈ। ਮੈਂ ਝਟਪਟ ਵੱਡੇ ਬਹਿਰੇ ਨੂੰ ਆਈਸਕ੍ਰੀਮ ਦਾ ਇੱਕ ਡੋਂਗਾ ਭਰ ਕੇ ਲਿਆਉਣ ਲਈ ਆਖਿਆ ਤੇ ਡੋਂਗਾ ਲੈ ਕੇ ਕਾਰ ਵਿੱਚ ਬੈਠਾ ਤੇ ਹਸਪਤਾਲ ਪਹੁੰਚਿਆ। ਉਸੇ ਨਰਸ ਨੇ ਮੇਰਾ ਸਵਾਗਤ ਕੀਤਾ ਤੇ ਖੁਸ਼ਖਬਰੀ ਸੁਣਾਈ। ਮੈਂ ਫਿਰ ਉਹੀ ਹਸਪਤਾਲ ਦੇ ਸਲੀਪਰ ਪਾਏ ਤੇ ਵਾਰਡ ਵਿੱਚ ਚਲਾ ਗਿਆ। ਜੀਨੀ ਇੱਕ ਚਿੱਟੀ ਚਾਦਰ ਲਈ ਬਿਸਤਰੇ ਵਿੱਚ ਪਈ ਹੋਈ ਸੀ। ਉਸਦਾ ਚਿਹਰਾ ਜਰਾ ਕੁ ਪਤਲਾ ਹੋ ਗਿਆ ਸੀ। ਸ਼ਾਂਤੀ ਉਸਨੂੰ ਗਰਮ ਹਲਵਾ ਜਾਂ ਪੰਜੀਰੀ ਖਾਣ ਨੂੰ ਆਖ ਰਹੀ ਸੀ। ਪਰ ਜੀਨੀ ਦੇ ਜਿਸਮ ਦੀਆਂ ਲੋੜਾਂ ਹੋਰ ਸਨ। ਉਹ ਝੱਟ ਆਈਸਕ੍ਰੀਮ ਖਾਣ ਲੱਗ ਪਈ ਤੇ ਯਕਦਮ ਚੀਖ ਉੱਠੀ, ਤੂੰ ਆਪਣਾ ਪੁੱਤ ਤਾਂ ਪਹਿਲਾਂ ਦੇਖ ਲੈ। ਨਰਸ ਫਲਾਲੈਲ ਵਿੱਚ ਨਿਪਟੇ ਬੱਚੇ ਨੂੰ ਲੈ ਕੇ ਆਈ। ਮੈਂ ਇੱਕ ਨਰਮ ਬੰਡਲ ਨੂੰ ਚੁੱਕਿਆ। ਉਸਦਾ ਚਿਹਰਾ ਕਣਕ ਭਿੰਨਾ ਸੀ ਅਤੇ ਉਸਦੀਆਂ ਅੱਖਾਂ ਸਲੇਟੀ ਸਨ। ਉਹਦੀਆਂ ਮੁੱਠੀਆਂ ਮੀਚੀਆਂ ਹੋਈਆਂ ਸਨ। ਉਸਦਾ ਰੰਗ ਦੇਖ ਕੇ ਮੇਰੇ ਦਿਲ ਨੂੰ ਰਤਾ ਕੁ ਹਜਕਾ ਲੱਗਾ, ਕਿਉਂਕਿ ਉਸਦਾ ਰੰਗ ਮੇਰੇ ਵਰਗਾ ਸੀ। ਮੈਂ ਚਾਹਿਆ ਸੀ ਕਿ ਉਸਦਾ ਰੰਗ ਗੋਰਾ ਹੋਵੇ। ਕੁਦਰਤ ਦੀ ਇਸ ਮਨਮਰਜ਼ੀ ਤੋਂ ਮੇਰੇ ਦਿਲ ਨੂੰ ਰਤਾ ਕੁ ਧੱਕਾ ਲੱਗਾ। ਪਰ ਕਈ ਸਾਲਾਂ ਪਿੱਛੋਂ ਮੈਂ ਇਸ ਕਣਕ ਭਿੰਨੇ ਰੰਗ ਲਈ ਕੁਦਰਤ ਦਾ ਸ਼ੁਕਰਗੁਜ਼ਾਰ ਸਾਂ। ਉਹ ਮੇਰੇ ਵਰਗਾ ਸੀ, ਮੇਰਾ ਪੁੱਤ, ਸਰੀਰਕ ਅਤੇ ਮਾਨਸਿਕ ਤੌਰ ਤੇ ਮੇਰਾ। ਉਹ ਬੱਚੇ ਜਿਹੜੇ ਦੇਸੀ ਅਤੇ ਵਲੈਤੀ ਜੋੜਿਆਂ ਤੋਂ ਪੈਦਾ ਹੁੰਦੇ ਹਨ, ਕਈ ਵਾਰ ਉਹਨਾਂ ਦੀਆਂ ਅੱਖਾਂ ਨੀਲੀਆਂ, ਰੰਗ ਬਦਾਮੀ ਤੇ ਵਾਲ ਕੱਕੇ ਹੁੰਦੇ ਹਨ ਤੇ ਉਹ ਬੜੇ ਪਿਆਰੇ ਲੱਗਦੇ ਹਨ। ਪਰ ਜਦੋਂ ਉਹ ਵੱਡੇ ਹੋ ਜਾਂਦੇ ਹਨ ਤਾਂ ਉਹ ਦੋ ਸੱਭਿਅਤਾਵਾਂ ਤੇ ਦੋ ਨਸਲਾਂ ਵਿੱਚੋਂ ਕਿਸੇ ਇੱਕ ਨੂੰ ਵੀ ਪੂਰੀ ਤਰ੍ਹਾਂ ਨਹੀਂ ਅਪਣਾ ਸਕਦੇ। ਉਹਨਾਂ ਦੀ ਸ਼ਖਸੀਅਤ ਦੀ ਪੂਰਨਤਾ ਵਿੱਚ ਇੱਕ ਤ੍ਰਿਸ਼ਨਾ ਰਹਿ ਜਾਂਦੀ ਹੈ। ਜ਼ਿੰਦਗੀ ਤੁਰਦੀ ਗਈ। ਮੈਂ ਨਿੱਤ ਚਰੀਆਂ ਵਿੱਚ ਜੁਟਿਆ ਹੋਇਆ ਸਾਂ। ਪੜ੍ਹਾਉਣਾ, ਨਾਟਕ ਡਾਇਰੈਕਟ ਕਰਨਾ, ਪਾਰਟੀਆਂ ਤੇ ਜਾਣਾ ਤੇ ਚਾਹ ਦੇ ਅਣਗਿਣਤ ਪਿਆਲੇ ਪੀਣਾ।
घर दा काम काज ते साडे निक्के पुत्त मन्नू दी देखभाल दा जिम्मा एक बुढ़ी पहाड़न आया ने लै लिया सी। उसदा नां सी सूरती। पहले दिन सुरती जदों आई तां ओह हाल कमरे च खड़ी सी। चिट्टे वाल, झुरड़ियां वाला चेहरा, लम्मा झुंग वर्गा नक, पुराना घग्गरा। ओह मुस्कराई तां उस दियां अखां चमकियां ते उसदा नक होर लम्मा लगण लग पिया, जिवें कहाणियां विच कोई बुढ़ी जादूगरनी हुंदी है। मन्नू उसनूं देखण सार डर के दौड़ गया, पर 2-3 दिन विच ही सुरती ने अपनी ममता नाल उसनूं परचा लिया। ओह मन्नू दी दादी बन गई ते प्यार विच मन्नू नूं लोरियां लै के सुणाउंदी। 2 सालां पिछों साडे घर एक धी जम्मी। असीं उसदा नां जन्नत रखिया। ਇਹ ਨਾਂ ਸਾਡੇ ਪਿੰਡ ਦੀ ਮੁਸਲਮਾਨ ਦਾਣੇ ਭੁੰਨਣ ਵਾਲੀ ਦਾ ਸੀ, ਜੋ ਸਾਰੇ ਪਿੰਡ ਵਿੱਚ ਸੋਹਣੀ ਮੰਨੀ ਗਈ ਸੀ। ਸੁਰਤੀ ਬੱਚਿਆਂ ਨੂੰ ਨਹਾਉਂਦੀ, ਉਹਨਾਂ ਨਾਲ ਖੇਡਦੀ, ਲਾਡ ਕਰਦੀ, ਉਹਨਾਂ ਦੀਆਂ ਹਥੇਲੀਆਂ ਤੇ ਘੋਲ ਕੰਡੇ ਕੱਢਦੀ ਤੇ ਉਹਨਾਂ ਨਾਲ ਹੱਸ-ਹੱਸ ਕੇ ਲੋਟ-ਪੋਟ ਹੋ ਜਾਂਦੀ। ਉਹ ਉਹਨਾਂ ਨੂੰ ਨਿੱਕੀਆਂ-ਨਿੱਕੀਆਂ ਗਰਾਹੀਆਂ ਦੇ ਕੇ ਰੋਟੀ ਖਵਾਉਂਦੀ ਤੇ ਰਾਤ ਨੂੰ ਆਪਣੇ ਨਾਲ ਸੌਂਦੀ। ਜਿਸ ਤਰ੍ਹਾਂ ਜੀਨੀ ਨੂੰ ਕਿਤਾਬਾਂ ਪੜ੍ਹਨ, ਅਮਰੀਕੀ ਖਾਣੇ ਪਕਾਉਣ ਅਤੇ ਆਪਣੀ ਚਾਂਦੀ ਦੀ ਬੰਸਰੀ ਵਜਾਉਣ ਦੇ ਰਿਆਜ਼ ਕਰਨ ਦਾ ਖੁੱਲ੍ਹਾ ਵਕਤ ਮਿਲ ਗਿਆ। ਮੈਂ ਥੀਏਟਰ ਤੋਂ ਆਉਂਦਾ ਤਾਂ ਅਕਸਰ ਉਸਨੂੰ ਬੈੱਡਰੂਮ 'ਚ ਬੈਠੀ ਬੰਸਰੀ ਵਜਾਉਂਦੀ ਨੂੰ ਦੇਖਦਾ। ਅਮਰੀਕਨ ਹਬਸ਼ੀਆਂ ਦੇ ਆਧਾਰਿਤ ਧਾਰਮਿਕ ਗੀਤ ਜਾਂ ਕ੍ਰਿਸਮਸ ਦੇ ਗੀਤ ਜਾਂ ਉਸਦੇ ਪੁਰਖਾਂ ਦੇ ਲੋਕ ਗੀਤ। ਇੱਕ ਦਿਨ ਉਹ ਰੋ ਕੇ ਆਖਣ ਲੱਗੀ, ਤੈਨੂੰ ਪਤਾ ਮੈਂ ਇੰਟਲੈਕਚੁਅਲ ਨਹੀਂ, ਮੈਂ ਤੇਰੇ ਦੋਸਤਾਂ ਵਾਂਗ ਨਹੀਂ। ਉਹਨਾਂ ਦੀ ਸੰਗਤ ਵਿੱਚ ਮੇਰਾ ਜੀ ਘਬਰਾਉਂਦਾ ਹੈ। ਉਹ ਹਰ ਵੇਲੇ ਪੋਲੀਟਿਕਸ ਤੇ ਆਰਟਸ ਦੇ ਤੁਹਾਡੇ ਰਾਜਸੀ ਲੀਡਰਾਂ ਦੀਆਂ ਗੱਲਾਂ ਕਰਦੇ ਹਨ। ਲੰਮੇ ਅਜੀਬ ਨਾਂ ਹਨ ਉਹਨਾਂ ਦੇ। ਮੈਂ ਇੱਥੇ ਦੀਆਂ ਗੱਲਾਂ ਕਰਦੇ ਹਨ। ਮੈਂ ਇੱਥੇ ਹਾਂ ਸਿਰਫ ਤੇਰੇ ਕਰਕੇ। ਤੂੰ ਆਪਣੀ ਸਿਹਤ ਦਾ ਖਿਆਲ ਨਹੀਂ ਕਰਦਾ। 3 ਸਾਲਾਂ ਵਿੱਚ ਤੇਰਾ ਸਰੀਰ ਭਾਰਾ ਹੋ ਗਿਆ ਹੈ। ਤੇਰੇ ਵਾਲ ਵੀ ਮੱਥੇ ਤੋਂ ਉੱਪਰ ਤੱਕ ਚਲੇ ਗਏ ਹਨ। ਤੈਨੂੰ ਖਾਣੇ ਦੀ ਹੋਸ਼ ਨਹੀਂ। ਤੂੰ ਸਬਜ਼ੀਆਂ ਨਹੀਂ ਖਾਂਦਾ। ਸੰਗਤਰੇ ਦਾ ਰਸ, ਭਾਫ ਨਾਲ ਬੜੀ ਨਰਮ ਖੁਰਾਕ। ਤੂੰ ਆਲੂ ਤੇ ਗੋਭੀ ਵਾਲੇ ਪਰਾਂਠੇ ਖਾ ਕੇ ਸਿਹਤ ਖਰਾਬ ਕਰ ਰਿਹਾ ਹੈ। ਸਾਰਾ ਦਿਨ ਬੈਠਾ ਮਿੱਠੀ ਚਾਹ ਪੀਂਦਾ ਰਹਿਣਾ ਹੈ। ਇਹ ਬਹੁਤ ਖਰਾਬ ਹੈ ਤੇਰੇ ਲਈ। ਘਿਓ ਤੇ ਮਿਰਚਾਂ ਤੇ ਦਾਲ ਤੇ ਆਲੂ। ਮੇਰੇ ਪਿਆਰੇ, ਤੈਨੂੰ ਮੇਰੇ ਤੇ ਆਪਣੇ ਬੱਚਿਆਂ ਲਈ ਜ਼ਿਆਦਾ ਉਮਰ ਭੋਗਣੀ ਚਾਹੀਦੀ ਹੈ। ਤੈਨੂੰ ਬਹੁਤ ਦੇਰ ਤੱਕ ਜਿੰਦਾ ਰਹਿਣਾ ਚਾਹੀਦਾ ਹੈ। ਮੈਂ ਤੇਰੇ ਬਗੈਰ ਕੀ ਕਰਾਂਗੀ? ਮੈਂ ਤੇਥੋਂ 20 ਸਾਲ ਛੋਟੀ ਹਾਂ। ਜੇ ਰੱਬ ਨਾ ਕਰੇ ਤੈਨੂੰ ਕੁਛ ਹੋ ਗਿਆ ਤਾਂ ਮੈਂ ਹਿੰਦੁਸਤਾਨ ਵਿੱਚ ਕਿਸ ਦੇ ਸਹਾਰੇ ਰਹਾਂਗੀ? ਕੌਣ ਹੈ ਮੇਰਾ? ਉਸ ਦੀਆਂ ਅੱਖਾਂ ਵਿੱਚ ਅੱਥਰੂ ਡੁੱਲ ਗਏ। ਮੈਂ ਉਸ ਦਾ ਹੱਥ ਘੁੱਟ ਕੇ ਫੜ ਲਿਆ। ਸਾਡੀ ਕੋਠੀ ਵਿੱਚ ਚੂਹੇ, ਕਿਰਲੀਆਂ, ਸ਼ਹਿਦ ਦੀਆਂ ਮੱਖੀਆਂ ਤੇ ਕੀੜੀਆਂ ਦੇ ਵੀ ਘਰ ਸਨ। ਮੰਨੂ ਤੇ ਜੰਨਤ ਨੇ ਇਹਨਾਂ ਨਾਲ ਰਹਿਣਾ ਸਿੱਖ ਲਿਆ ਸੀ। ਕਈ ਵਾਰ ਕਿਸੇ ਕਿਰਲੀ ਨੂੰ ਦੇਖਦੀ ਜੋ ਅੱਖਾਂ ਅੱਡੀ ਕਿਸੇ ਮੱਕੜ ਨੂੰ ਹੜੱਪ ਕਰਨ ਖਾਤਰ ਕੰਧ ਉੱਤੇ ਤਾੜ ਲਾਈ ਬੈਠੀ ਹੁੰਦੀ। ਉਹ ਆਖਦੀ, ਪਾਪਾ ਮੈਨੂੰ ਡਰ ਲੱਗਦਾ ਹੈ, ਤੇ ਉਹ ਮੈਨੂੰ ਘੁੱਟ ਕੇ ਜੱਫੀ ਪਾ ਲੈਂਦੀ ਤੇ ਅੱਖਾਂ ਮੀਚ ਲੈਂਦੀ। ਜੰਨਤ ਤੇ ਮੰਨੂ ਬਾਹਰ ਘਾਹ ਦੇ ਦਰਖਤਾਂ ਵਿੱਚ ਕਿਸੇ ਕਾਂ ਜਾਂ ਗਾਲੜ ਜਾਂ ਚਿੜੀ ਨੂੰ ਫੜਨ ਲਈ ਦੌੜਦੇ। ਉਹਨਾਂ ਨੂੰ ਬਾਗ ਦੇ ਹਰ ਖੁੰਝੇ ਤੇ ਖੁੱਡ ਦਾ ਪਤਾ ਸੀ। ਅੰਬਾਂ ਦੇ ਵੱਡੇ ਦਰਖਤ ਤੇ ਮੋਟੇ ਟਾਣੇ ਚੁੱਕ ਕੇ ਨਿੱਕੀ ਕੰਧ ਨੂੰ ਛੂੰਹਦੇ ਸਨ। ਇਸ ਦਰਖਤ ਉੱਤੇ ਮੰਨੂ ਤੇ ਜੰਨਤ ਚੜ੍ਹ ਕੇ ਇੱਕ ਦੂਜੇ ਨੂੰ ਫੜਦੇ, ਦੌੜਦੇ ਤੇ ਝੂਲਦੇ। ਇਹ ਦਰਖਤ ਉਹਨਾਂ ਲਈ ਦਾਈ ਦੁੱਕੜ ਖੇਡਣ ਦਾ ਵੀ ਅੱਡਾ ਸੀ। ਰਾਤ ਨੂੰ ਚੂਹੇ ਰੋਟੀ ਅਤੇ ਟੁਕੜੇ ਦੀ ਤਲਾਸ਼ ਵਿੱਚ ਆਉਂਦੇ ਤੇ ਕਿਚਨ ਵਿੱਚੋਂ ਕੁਤਰਨ ਦੀਆਂ ਆਵਾਜ਼ਾਂ ਆਉਂਦੀਆਂ। ਇੱਕ ਸਵੇਰ ਅਸੀਂ ਦੇਖਿਆ ਕਿ ਕਿਸੇ ਚੂਹੇ ਨੇ ਲੱਕੜ ਦੀ ਡੋਲੀ ਜਿਸ ਵਿੱਚ ਮੀਟ ਪਿਆ ਸੀ ਕੁਤਰ ਕੇ ਮੋਰੀ ਕਰ ਦਿੱਤੀ। ਸੁਰਤੀ ਨੇ ਚੂਹੇਦਾਨ ਵਿੱਚ ਮੀਟ ਦਾ ਟੁਕੜਾ ਟੰਗ ਕੇ ਰੱਖ ਦਿੱਤਾ, ਜਿਸ ਵਿੱਚ ਇੱਕ ਮੋਟਾ ਚੂਹਾ ਫਸ ਗਿਆ। ਅਸੀਂ ਸਾਰੇ ਇਸ ਡਾਕੂ ਨੂੰ ਦੇਖਣ ਲਈ ਇਕੱਠੇ ਹੋ ਗਏ। ਚੂਹਾ ਪਿੰਜਰੇ ਵਿੱਚੋਂ ਦੌੜਦਾ ਚੱਕਰ ਕੱਢ ਰਿਹਾ ਸੀ, ਜਿਵੇਂ ਸਰਕਸ ਵਿੱਚ ਮੋਟਰਸਾਈਕਲ ਸਵਾਰ ਮੌਤ ਦੇ ਖੂਹ ਵਿੱਚ ਤੇਜ਼ ਚੱਕਰ ਲਾਉਂਦਾ ਹੈ। ਯਕਦਮ ਚੂਹਾ ਰੁਕ ਗਿਆ। ਉਸ ਦੀ ਗੁਲਾਬੀ ਬੂਥੀ ਕੰਬ ਰਹੀ ਸੀ ਤੇ ਇਸ ਦੀਆਂ ਅੱਖਾਂ ਵਿੱਚ ਤਰਲਾ ਸੀ। ਮੈਂ ਇੱਕ ਨਿੱਕੇ ਮਾਸੂਮ ਜਾਨਵਰ ਨੂੰ ਮਾਰਨਾ ਨਹੀਂ ਸੀ ਚਾਹੁੰਦਾ। ਮੈਂ ਪਿੰਜਰਾ ਚੁੱਕ ਕੇ ਬਾਹਰ ਆਇਆ ਤੇ ਉਸਨੂੰ ਦੂਰ ਝਾੜੀਆਂ ਵਿੱਚ ਛੱਡਣ ਚਲਾ ਗਿਆ। ਮੰਨੂ ਤੇ ਜੰਨਤ ਮੇਰੇ ਨਾਲ ਦੌੜ ਰਹੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਗਰੀਬ ਚੂਹੇ ਉੱਤੇ ਲੱਗੀਆਂ ਸਨ। ਮੈਂ ਦੂਰ ਝਾੜੀਆਂ ਵਿੱਚ ਜਾ ਕੇ ਇਸ ਨਿੱਕੇ ਕੈਦੀ ਨੂੰ ਆਜ਼ਾਦ ਕਰ ਦਿੱਤਾ। ਇੱਕ ਦਿਨ ਬੁੱਢੀ ਸੁਰਤੀ ਦੌੜਦੀ ਹੋਈ ਮੇਰੇ ਕਮਰੇ ਵਿੱਚ ਆਈ ਤੇ ਅੰਗਰੇਜ਼ੀ ਵਿੱਚ ਮਿਆਂਕੀ, ਮੇਮ ਸਾਹਿਬ, ਚੂਹਾ ਕੇਕ ਤੇ ਕਿਤਾਬਾਂ ਖਾ ਗਿਆ। ਵੈਰੀ ਬੈਡ, ਹਮ ਲਾइक नहीं करता चूहे लोग को। जिनी स्टोर रूम ਵਿੱਚ ਗਈ ਤੇ ਉਸਨੇ ਚੀਖ ਮਾਰੀ। ਮੈਂ ਦੌੜ ਕੇ ਗਿਆ। ਉਸ ਆਖਿਆ, ਦੇਖ ਚੂਹੇ ਨੇ ਮੇਰੇ ਮਿਊਜ਼ਿਕ ਦੀਆਂ ਕਿਤਾਬਾਂ ਨੂੰ ਕੁਤਰ ਦਿੱਤਾ ਹੈ। ਮੈਂ ਗੱਤੇ ਦੇ ਬਕਸੇ ਨੂੰ ਖੋਲ੍ਹਿਆ ਜਿਸ ਵਿੱਚ ਮੈਂ ਚੈਖੋਵ ਦੇ ਡਰਾਮੇ, ਕਹਾਣੀਆਂ ਤੇ ਆਪਣੇ ਜ਼ਰੂਰੀ ਕਾਗਜ਼ਾਤ ਰੱਖੇ ਹੋਏ ਸਨ। ਇਹਨਾਂ ਦੀਆਂ ਨਿੱਕੀਆਂ ਕਾਲੀਆਂ ਮੀਂਗਣਾਂ ਖਿੰਡੀਆਂ ਪਈਆਂ ਸਨ। ਮੈਂ ਕਿਤਾਬਾਂ ਨੂੰ ਕੱਢ ਕੇ ਝਾੜਨਾ ਸ਼ੁਰੂ ਕੀਤਾ। ਦੇਖਿਆ ਚੂਹੇ ਨੇ ਮੇਰਾ ਪਾਸਪੋਰਟ ਕੁੱਟਰ ਦਿੱਤਾ ਸੀ। ਸਾਡੀ ਸ਼ਾਦੀ ਦਾ ਸਰਟੀਫਿਕੇਟ ਤੇ ਚੈਖੋਵ ਦੇ ਡਰਾਮੇ ਤੇ ਕਹਾਣੀਆਂ, ਪਰ ਉਹਨਾਂ ਨੂੰ ਪ੍ਰੀਤ ਲੜੀ ਅਤੇ ਭਾਰਤੀ ਪ੍ਰਚਾਰ ਦੇ ਰਸਾਲਿਆਂ ਨੂੰ ਨਹੀਂ ਸੀ ਟੁਕਿਆ।
ਮੈਂ ਥੋੜਾ ਜਿਹਾ ਮੁਸਕਰਾਇਆ। ਚੂਹਿਆਂ ਨੂੰ ਵੀ ਸਾਹੇ ਦੀ ਪਰਖ ਸੀ। ਮੈਂ ਇਸ ਅਜੀਬ ਵਾਕਿਆ ਦੀ ਇੱਕ ਡਾਕਟਰ ਨਾਲ ਗੱਲ ਕੀਤੀ ਜੋ ਮੇਰਾ ਦੋਸਤ ਸੀ। ਉਹ ਹੱਸਿਆ। ਚੂਹੇ ਸਿਰਫ ਉਹਨਾਂ ਕਿਤਾਬਾਂ ਨੂੰ ਟੁੱਕ ਗਏ ਜਿਨ੍ਹਾਂ ਦੇ ਉੱਤੇ ਸ਼ਾਇਦ ਤੁਹਾਡੀਆਂ ਉਂਗਲਾਂ ਦੇ ਥਿੰਦੇ ਨਿਸ਼ਾਨ ਸਨ। ਜਿਨੀ ਮਿਊਜ਼ਿਕ ਦੀ ਪ੍ਰੈਕਟਿਸ ਕਰਦੀ, ਹਿੰਦੁਸਤਾਨੀ ਖਾਣੇ ਬਣਾਉਣ ਦੀਆਂ ਤਰਕੀਬਾਂ ਆਪਣੀ ਕਾਪੀ ਵਿੱਚ ਨੋਟ ਕਰਦੀ ਰਹਿੰਦੀ, ਕੇਕ ਤੇ ਨਾਨ ਖਤਾਈਆਂ ਬਣਾਉਣ ਵਿੱਚ ਸਮਾਂ ਗੁਜ਼ਾਰਦੀ ਤੇ ਕਿਤਾਬਾਂ ਪੜ੍ਹਦੀ। ਉਸ ਦੇ ਕੱਪੜੇ ਚਾਂਦੀ ਤੇ ਸੋਨੇ ਦੇ ਨਿੱਕੇ ਜੇਵਰ, ਚਿੱਠੀਆਂ ਤੇ ਬਚਪਨ ਦੇ ਨਿੱਕੇ ਤੋਹਫੇ ਤੇ ਯਾਦਗਾਰਾਂ ਸਾਂਭ ਕੇ ਰੱਖੀਆਂ ਹੋਈਆਂ ਸਨ। ਇੱਕ ਦਿਨ ਉਸਨੇ ਗੱਤੇ ਦਾ ਨਿੱਕਾ ਬਕਸਾ ਖੋਲ੍ਹਿਆ ਜਿਸ ਵਿੱਚੋਂ ਘੋਗੇ, ਸਿੱਪੀਆਂ, ਮੂੰਗੇ, ਬਚਪਨ ਦੇ ਫੋਟੋਗ੍ਰਾਫਰ ਤੇ ਯਾਦਾਂ ਸਨ। ਉਸਨੇ ਇੱਕ ਐਲਬਮ ਖੋਲ੍ਹਿਆ ਤੇ ਦੇਖਿਆ ਤੇ ਬੋਲੀ, ਦੇਖ ਇਹ ਤਿਤਲੀ ਦੇ ਖੰਭ ਹਨ, ਕਿੰਨੇ ਰੰਗਲੇ ਤੇ ਸੋਹਣੇ, ਕੁਦਰਤ ਦਾ ਬਾਤਿਕ ਨਮੂਨਾ। ਮੈਂ ਉਸਦੇ ਕੀਮਤੀ ਖਜ਼ਾਨੇ ਨੂੰ ਦੇਖਿਆ। ਫੁੱਲਾਂ ਦੀਆਂ ਰੇਸ਼ਮੀ ਪੱਤੀਆਂ ਜਿਨ੍ਹਾਂ ਵਿੱਚ ਪੀਲੇ ਚੱਕਰ ਸਨ, ਚਮਕੀਲੇ ਜਮਰੂਦ, ਖੰਭਾਂ ਉੱਤੇ ਕਾਲੀਆਂ ਧਾਰੀਆਂ, ਸੁੱਕੇ ਤਾਂਬੇ ਰੰਗ ਪੱਤੇ, ਬਰੀਕ ਰੰਗਾਂ ਦੀਆਂ ਲਾਲ ਅਤੇ ਨੀਲੀਆਂ ਤੇ ਹਰੀਆਂ ਲੀਕਾਂ, ਸੁਨਹਿਰੇ ਜਾਲੇ, ਅਜੀਬੋ ਗਰੀਬ ਲਹਿਰੀਏ, ਕੁਦਰਤ ਦਾ ਭੇਂਦਾਂ ਭਰਿਆ ਸੰਗੀਨ ਜਾਦੂ ਤੇ ਸੁੰਦਰ ਰੂਪ। ਉਸਨੇ ਸਿਆਟਲ ਵਿੱਚ ਆਪਣੇ ਬਾਗ ਵਿੱਚੋਂ ਬਚਪਨ ਵਿੱਚ ਇਹਨਾਂ ਚੀਜ਼ਾਂ ਨੂੰ ਇਕੱਠਾ ਕੀਤਾ ਸੀ, ਜਾਂ ਝੀਂਦਲੇ ਕੰਢੇ ਘੁੰਮਦੇ ਹੋਏ ਜਾਂ ਬੈਂਬਰੀਜ਼ ਟਾਪੂ ਤੇ ਖੇਡਦੇ ਹੋਏ। ਮੈਂ ਇਹਨਾਂ ਸੌਗਾਤਾਂ ਨੂੰ ਦੇਖਦੇ ਹੋਏ ਹੈਰਾਨ ਹੋਇਆ ਤੇ ਸੋਚਣ ਲੱਗਾ ਕਿ ਜੀਨੀ ਨੇ ਕਿੰਨੀ ਮਿਹਨਤ ਤੇ ਸੰਤੋਖ ਨਾਲ ਇਹਨਾਂ ਚੀਜ਼ਾਂ ਨੂੰ ਇਕੱਠਾ ਕੀਤਾ ਸੀ। ਕਿਸ ਤਰ੍ਹਾਂ ਉਹ ਇਹਨਾਂ ਡੱਬਿਆਂ ਵਿੱਚ ਆਪਣੇ ਬਚਪਨ ਨੂੰ ਸਾਂਭੀ ਆਪਣੇ ਨਾਲ ਲੈ ਕੇ ਆਈ ਸੀ। ਯਕਦਮ ਉਸਨੇ ਮੇਰੇ ਵੱਲ ਦੇਖਿਆ ਤੇ ਆਖਣ ਲੱਗੀ, ਤੈਨੂੰ ਫੁੱਲਾਂ ਨਾਲ ਕੋਈ ਦਿਲਚਸਪੀ ਨਹੀਂ? ਨਹੀਂ, ਮੈਨੂੰ ਹੈ। ਉਸਨੇ ਇੱਕ ਵੱਡੇ ਨੀਲੇ ਫੁੱਲ ਨੂੰ ਚੁੱਕ ਕੇ ਪੁੱਛਿਆ, ਦੱਸ ਇਸ ਫੁੱਲ ਦਾ ਨਾਂ। ਮੈਨੂੰ ਇਸ ਫੁੱਲ ਦਾ ਨਾਂ ਨਹੀਂ ਸੀ ਆਉਂਦਾ। ਦਰਅਸਲ ਮੇਰੇ ਸਿਵਾਏ ਗੇਂਦੇ ਤੋਂ, ਗੁਲਾਬ ਦੇ ਫੁੱਲ ਤੋਂ ਕਿਸੇ ਹੋਰ ਫੁੱਲ ਦੀ ਪਛਾਣ ਹੀ ਘੱਟ ਸੀ। ਮੈਂ ਬਠਿੰਡੇ ਦੇ ਰੇਤਲੇ ਟਿੱਬਿਆਂ ਵਿੱਚ ਜੰਮਿਆ ਪੜਿਆ ਸਾਂ। ਰੇਤੇ ਦੀਆਂ ਕਿਸਮਾਂ ਗਿਣਾ ਸਕਦਾ ਸਾਂ, ਫੁੱਲਾਂ ਦੀਆਂ ਨਹੀਂ। ਪੰਜਾਬ ਯੂਨੀਵਰਸਿਟੀ ਦਾ ਕੈਂਪਸ ਬਹੁਤ ਨਵਾਂ ਤੇ ਸਜਰਾ ਸੀ। ਇਸ ਦੇ ਘਾਹ ਦੀ ਲਾਉਣ, ਖੇਡਾਂ ਦੇ ਮੈਦਾਨ ਤੇ ਬਿਲਡਿੰਗਾਂ ਦੀ ਬੜੀ ਸੂਝ ਨਾਲ ਤਰਤੀਬ ਹੋਈ ਸੀ। ਸਭ ਤੋਂ ਮੋਟੀ ਤੇ ਵੱਡੀ ਬਿਲਡਿੰਗ ਸੀ ਰਜਿਸਟਰਾਰ ਦਾ ਦਫ਼ਤਰ, 4 ਮੰਜ਼ਿਲਾ ਉੱਚਾ ਸੀਮੈਂਟ ਦਾ ਦਿਓ। ਸਭ ਤੋਂ ਸਰੋਂਦੀ ਨਰਮ ਸੁਭਾਅ ਸੀ ਗਾਂਧੀ ਭਵਨ ਦਾ, ਜੋ ਪਾਣੀ ਦੇ ਇੱਕ ਤਲਾਅ ਦੇ ਖੂੰਜੇ ਵਿੱਚ ਸ਼ਾਂਤਮਈ ਬੈਠਾ ਸੀ। ਇੱਕ ਭਵਨ ਤੇ ਉੱਤੇ ਇੱਕ ਦਿਲਕਸ਼ ਖੰਭ ਸੀ, ਜਿਵੇਂ ਕੋਈ ਚਾਂਦੀ ਚਿੱਟਾ ਪੰਛੀ ਉਡਾਰੀ ਮਾਰ ਰਿਹਾ ਹੋਵੇ। ਪ੍ਰਤੀਕ ਦੇ ਤੌਰ ਉੱਤੇ ਇਹ ਮਨੁੱਖੀ ਆਤਮਾ ਦੀ ਉਡਾਰੀ ਸੀ। ਜਦੋਂ ਭਾਰਤ ਦੀ ਪਾਕਿਸਤਾਨ ਨਾਲ ਜੰਗ ਛਿੜੀ ਤਾਂ ਇਹ ਖੰਭ ਨੂੰ ਕਾਲਾ ਕਰ ਦਿੱਤਾ ਗਿਆ, ਤਾਂ ਜੋ ਦੁਸ਼ਮਣ ਦੇ ਹਵਾਈ ਜਹਾਜ਼ ਚਮਕਦੇ ਹੋਏ ਖੰਭ ਨੂੰ ਦੇਖ ਕੇ ਰਾਤ ਨੂੰ ਬੰਬ ਨਾ ਮਾਰਨ। ਜੰਗ ਮੁੱਕ ਗਈ, ਪਰ ਇਹ ਖੰਭ ਉਸੇ ਤਰ੍ਹਾਂ ਹੀ ਕਾਲਾ ਹੋ ਰਿਹਾ, ਜਿਵੇਂ ਕੋਈ ਕਾਲਾ ਦਾੜੀ ਆਕਾਸ਼ ਨੂੰ ਕੱਟ ਰਿਹਾ ਹੋਵੇ, ਜਿਵੇਂ ਕੋਈ ਕਾਲਾ ਕੁਹਾੜਾ ਆਕਾਸ਼ ਨੂੰ ਕੱਟ ਰਿਹਾ ਹੋਵੇ। ਮੈਨੂੰ ਪੰਜਾਬੀ ਵਿੱਚ ਬਹੁਤ ਛੇਤੀ ਸ਼ੋਹਰਤ ਮਿਲ ਗਈ। ਪਹਿਲਾ ਨਾਟਕ ਲੋਹਾ ਕੁੱਟ ਲਿਖਿਆ ਸੀ ਤਾਂ ਮੈਨੂੰ ਉਸ ਵੇਲੇ ਇਹ ਨਹੀਂ ਸੀ ਪਤਾ ਕਿ ਮੋਹਨ ਸਿੰਘ ਕੋਈ ਵੱਡਾ ਸ਼ਾਇਰ ਸੀ। ਮੈਂ ਆਈ.ਸੀ. ਨੰਦਾ ਦਾ ਕੋਈ ਨਾਟਕ ਨਹੀਂ ਸੀ ਪੜ੍ਹਿਆ, ਨਾ ਹੀ ਭਾਈ ਵੀਰ ਸਿੰਘ ਦੀ ਕੋਈ ਕਵਿਤਾ ਸੁਣੀ ਸੀ। ਮੈਨੂੰ ਗੁਰਮੁਖੀ ਲਿਪੀ ਨਹੀਂ ਸੀ ਆਉਂਦੀ। ਮੈਂ ਪੰਜਾਬੀ ਵਿੱਚ ਪੂਰੀ ਤਰ੍ਹਾਂ ਅਨਪੜ੍ਹ ਸਾਂ। ਲੋਹਾ ਕੁੱਟ ਲਿਖਣ ਲੱਗਿਆਂ ਨਾਟਕ ਪੱਧਰ ਦਾ ਉੱਕਾ ਨਹੀਂ ਸੀ ਪਤਾ। ਮੈਂ ਪੰਜਾਬੀ ਵਿੱਚ ਨਹੀਂ ਸੀ ਲਿਖਣਾ ਚਾਹੁੰਦਾ। ਮੇਰੀ ਖਾਬ ਸੀ ਕਿ ਮੈਂ ਲੰਡਨ ਜਾ ਕੇ ਉੱਥੋਂ ਦੀਆਂ ਗਲੀਆਂ ਵਿੱਚ ਘੁੰਮਾਂ ਫਿਰਾਂ ਤੇ ਆਪਣੀ ਅੰਗਰੇਜ਼ੀ ਜ਼ਬਾਨ ਨੂੰ ਪੱਕਾ ਕਰਾਂ ਤੇ ਅੰਗਰੇਜ਼ੀ ਵਿੱਚ ਲਿਖਾਂ। ਦੂਜੀ ਵੱਡੀ ਜੰਗ ਲੱਗੀ ਹੋਈ ਸੀ। ਮੈਂ ਬਾਹਰ ਨਾ ਜਾ ਸਕਿਆ। ਇਸ ਤੋਂ ਪਹਿਲਾਂ ਕਿ ਮੈਂ ਆਪਣਾ ਭਵਿੱਖ ਬਾਰੇ ਫੈਸਲਾ ਕਰਦਾ, ਪੰਜਾਬੀ ਆਲੋਚਕਾਂ ਤੇ ਪਰਚਿਆਂ ਨੇ ਮੇਰੇ ਭਵਿੱਖ ਦਾ ਫੈਸਲਾ ਕਰ ਦਿੱਤਾ। 1946 ਵਿੱਚ ਹੀ ਇੰਨੀ ਤਾਰੀਫ ਮਿਲ ਗਈ ਕਿ ਮੈਂ ਇਸ ਤਾਰੀਫ ਦੇ ਭੰਵਰ ਵਿੱਚ ਘਿਰਿਆ ਪੰਜਾਬੀ ਵਿੱਚ ਲਿਖਣ ਲੱਗ ਪਿਆ। ਮੋਹਨ ਸਿੰਘ ਨੇ ਮੇਰੇ ਨਾਟਕਾਂ ਦੇ ਪੈਸੇ ਪੇਸ਼ਗੀ ਦਿੱਤੇ। ਥੋੜ੍ਹੇ ਸਾਲਾਂ ਵਿੱਚ ਹੀ ਮੇਰੇ ਪੰਜਾਬੀ ਨਾਟਕਾਂ ਤੇ ਕਹਾਣੀਆਂ ਤੋਂ ਰੁਪਏ ਆਉਣ ਲੱਗੇ। ਹੁਣ ਮੈਂ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਨਾਟਕ ਦਾ ਪ੍ਰੋਫੈਸਰ ਬਣ ਕੇ ਆਇਆ ਤਾਂ ਮੁੰਡੇ ਤੇ ਅਧਿਆਪਕ ਦੂਰੋਂ ਮੇਰੇ ਵੱਲ ਇਸ਼ਾਰਾ ਕਰਕੇ ਇੱਕ ਦੂਜੇ ਨੂੰ ਆਖਦੀ ਕਿ ਇਹ ਗਾਰਗੀ ਜਾ ਰਿਹਾ ਹੈ। ਪਰ ਥੋੜ੍ਹੇ ਹੀ ਮਹੀਨਿਆਂ ਵਿੱਚ ਮੈਂ ਯੂਨੀਵਰਸਿਟੀ ਕੈਂਪਸ ਦਾ ਹਿੱਸਾ ਬਣ ਗਿਆ। ਜਿਵੇਂ ਉਸ ਦੇ ਸਫੇਦੇ ਦੇ ਦਰਖਤ, ਮੈਂ ਇਸ ਮਾਹੌਲ ਦਾ, ਬਿਲਡਿੰਗ ਦਾ, ਖੰਭਿਆਂ ਦਾ ਇੱਕ ਹਿੱਸਾ ਬਣ ਗਿਆ ਤੇ ਇਹਨਾਂ ਨਾਲ ਹੀ ਰਲ ਮਿਲ ਗਿਆ। ਯੂਨੀਵਰਸਿਟੀ ਦੇ MA ਵਿੱਚ ਉਹ ਬਹੁਤ ਮੇਰੇ ਨਾਟਕਾਂ ਨੂੰ ਪੜ੍ਹਾਉਂਦੇ ਸਨ। ਅਧਿਆਪਕ ਤੇ ਵਿਦਿਆਰਥੀ ਮੇਰੇ ਨਾਟਕਾਂ ਉੱਤੇ ਬਹਿਸ ਕਰਦੇ ਤੇ PhD ਦੇ ਥੀਸਿਸ ਵਿੱਚ ਇਹਨਾਂ ਦੇ ਲੱਛਣ ਅਤੇ ਖੂਬਸੂਰਤੀ ਨੂੰ ਸ਼ਿੱਦਤ ਨਾਲ ਬਿਆਨ ਕਰਦੇ। ਪਰ ਉਹ ਮੇਰੇ ਬਾਰੇ ਬਹਿਸ ਨਹੀਂ ਸੀ ਕਰ ਰਹੇ ਹੁੰਦੇ। ਮੈਂ ਛੋਟੇ ਕੱਦ ਦਾ, ਲਾਪਰਵਾਹ, ਉਲਝੇ ਅਤੇ ਉੱਡੇ ਵਾਲਾਂ ਵਾਲਾ ਗਾਰਗੀ ਕੋਈ ਹੋਰ ਜਣਾ ਸੀ। ਉਹ ਉਸ ਗਾਰਗੀ ਬਾਰੇ ਬਹਿਸ ਕਰ ਰਹੇ ਸਨ ਜੋ ਅਖਬਾਰਾਂ ਵਿੱਚ ਛਪਦਾ ਸੀ।
ਜਿਸ ਵਿੱਚ ਤਸਵੀਰਾਂ ਰਿਸਾਲਿਆਂ ਵਿੱਚੋਂ ਨਿਕਲਦੀਆਂ ਸਨ ਤੇ ਜੋ ਬੰਬਈ, ਨਿਊਯਾਰਕ ਅਤੇ ਦਿੱਲੀ ਦੀਆਂ ਮਹਿਫਲਾਂ ਵਿੱਚ ਚਹਿਕਦਾ ਸੀ। ਕੈਂਪਸ ਤੇ ਮੈਂ ਉਹਨਾਂ ਨੂੰ ਨਕਲੀ ਗਾਰਗੀ ਜਾਪਦਾ ਸਾਂ। ਮੈਂ ਆਪਣੇ ਆਪ ਨੂੰ ਦੇਖਿਆ। ਆਪਣੇ ਨਾਂ ਤੋਂ ਵੱਖਰਾ ਹੋ ਕੇ ਗਾਰਗੀ ਦੀ ਮਿਥਿਹਾਸਕ ਹੋਂਦ ਤੋਂ ਆਪਣੇ ਆਪ ਨੂੰ ਨਿਖੇੜ ਕੇ ਤਾਂ ਮੈਂ ਆਪਣਾ ਆਪ ਓਪਰਾ ਲੱਗਾ। ਮੇਰੇ ਅਸਤਿਤਵ ਤੋਂ ਮੇਰੀ ਜਿਉਂਦੀ ਜਾਗਦੀ ਹੋਂਦ ਵੱਖਰੀ ਸੀ। ਮੈਨੂੰ ਲੱਗਿਆ ਜਿਵੇਂ ਮੈਂ ਗਵਾਚ ਗਿਆ ਹਾਂ, ਜਿਵੇਂ ਗਾਰਗੀ ਰੁਲ ਗਿਆ ਹੋਵੇ। ਕੈਂਪਸ ਵਿੱਚ ਢਾਬੇ ਤੇ ਰੋਟੀ ਖਾਂਦੇ, ਧੁੱਪ ਵਿੱਚ ਤੁਰਦੇ, ਡਾਕਖਾਨੇ ਦੀ ਖਿੜਕੀ ਸਾਹਮਣੇ ਲੰਮੀ ਕਤਾਰ ਵਿੱਚ ਖੜੇ ਤੇ ਵਾਈਸ ਚਾਂਸਲਰ ਦੇ ਕਮਰੇ ਦੇ ਬਾਹਰ ਬੈਠੇ ਉਸ ਨੂੰ ਮਿਲਣ ਲਈ ਉਡੀਕਦੇ ਹੋਏ ਮੇਰੀ ਆਪ ਮਾਰੀ ਗਈ ਹੋਵੇ। ਨਵਾਂ ਵਾਈਸ ਚਾਂਸਲਰ ਡਾਕਟਰ R.C. ਪਾਲ ਸੀ। ਉਹ ਜਵਾਨੀ ਵਿੱਚ ਪਹਿਲਵਾਨ ਰਿਹਾ ਸੀ, ਕਸਰਤ ਕਰਦਾ ਤੇ ਮੁਗਦਰ ਫੇਰਦਾ, ਨਿੱਕੀਆਂ ਨਿੱਕੀਆਂ ਤਰਾਸ਼ੀਆਂ ਮੁੱਛਾਂ ਤੇ ਉੱਚਾ ਲੰਮਾ ਕੱਦ। ਸ਼ਕਲ ਤੋਂ ਫੌਜੀ ਬਲੋਚ ਲੱਗਦਾ ਸੀ, ਪਰ ਉਹ ਅਸਲ ਵਿੱਚ ਨਰਮ ਸੁਭਾਅ ਹੀ ਗਿਣਿਆ ਜਾਂਦਾ ਸੀ। ਉਹ ਪੰਜਾਬੀ ਯੂਨੀਵਰਸਿਟੀ ਦੇ ਕੈਮਿਸਟਰੀ ਡਿਪਾਰਟਮੈਂਟ ਵਿੱਚ ਭਰਤੀ ਹੋਇਆ ਤੇ ਹੌਲੀ-ਹੌਲੀ ਤਰੱਕੀ ਕਰਦਾ ਪ੍ਰੋਫੈਸਰ ਬਣ ਗਿਆ ਤੇ ਵਾਈਸ ਚਾਂਸਲਰ। ਜਦੋਂ ਉਹ ਬੱਚਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਸੁੱਖਾ ਮਨ ਪਾਲਿਆ। ਪਿੰਡ ਦੇ ਟੋਬੇ ਵਿੱਚ ਆਟੇ ਦੀਆਂ 1.25 ਲੱਖ ਗੋਲੀਆਂ ਮੱਛੀਆਂ ਨੂੰ ਪਾਈਆਂ ਤੇ ਹਰ ਗੋਲੀ ਸੁੱਟਣ ਵੇਲੇ ਉਹ ਰਾਮ ਦਾ ਨਾਂ ਜਪਦੀ ਤਾਂ ਕਿ ਉਸਦੇ ਪੁੱਤ ਦੇ ਹੱਥੋਂ ਕਿਸੇ ਦਾ ਬੁਰਾ ਨਾ ਹੋਵੇ। ਵਾਈਸ ਚਾਂਸਲਰ ਬਣ ਕੇ ਡਾਕਟਰ ਪਾਲ ਦੀ ਇਹ ਦਿਲੀ ਖਵਾਇਸ਼ ਸੀ ਕਿ ਉਹ ਸਭ ਨੂੰ ਖੁਸ਼ ਰੱਖੇ। ਉਹ ਅਕਸਰ ਮੁਸਕਰਾਉਂਦਿਆਂ ਹੋਇਆਂ ਹੱਥ ਮਲਦਾ ਤੇ ਹਰ ਦੋਸਤ ਦੇ ਸਵਾਲੀ ਤੇ ਹਰ ਗੱਲ ਮੰਨਦਾ। ਪਰ ਥੋੜੇ ਚਿਰ ਪਿੱਛੋਂ ਹੀ ਉਸਦਾ ਮਨ ਫਿਰ ਜਾਂਦਾ ਤੇ ਅਖੀਰ ਵਿੱਚ ਉਹ ਕੀ ਫੈਸਲਾ ਕਰਦਾ ਇਸ ਦਾ ਕਿਸੇ ਨੂੰ ਨਹੀਂ ਸੀ ਪਤਾ ਹੁੰਦਾ। ਇੱਕ ਵਾਰ ਮੈਂ ਉਸ ਨੂੰ ਆਪਣੇ ਡਿਪਾਰਟਮੈਂਟ ਵਿੱਚ ਖੇਡੇ ਜਾ ਰਹੇ ਨਾਟਕ ਐਂਤੀਗਨੀ ਦੇਖਣ ਲਈ ਬੇਨਤੀ ਕੀਤੀ। ਉਹ ਖੁਸ਼ੀ ਨਾਲ ਹੱਥ ਮਾਰਦਾ ਹੋਇਆ ਮੁਸਕਰਾਇਆ ਤੇ ਉਸਨੇ ਆਖਿਆ, ਮੈਂ ਇਹ ਨਾਟਕ ਦੇਖਿਆ ਹੈ ਯੂਰਪ ਵਿੱਚ, ਬਹੁਤ ਵਧੀਆ ਨਾਟਕ ਹੈ। ਇੱਕ ਬਾਦਸ਼ਾਹ ਆਪਣੀਆਂ ਅੱਖਾਂ ਅੰਨੀਆਂ ਕਰ ਲੈਂਦਾ ਹੈ ਤੇ ਆਪਣੀ ਮਾਂ ਨਾਲ ਵਿਆਹ ਕਰ ਲੈਂਦਾ ਹੈ। ਮੈਂ ਆਵਾਂਗਾ ਤੇਰੀ ਪ੍ਰੋਡਕਸ਼ਨ ਦੇਖਣ। ਉਹ ਐਂਤਗਨੀ ਦੇ ਟੈਂਜ਼ਰ ਹੀਰੋਇਨ ਨੂੰ ਰਾਜਾ ਈਡੀਪਸ ਸਮਝ ਰਿਹਾ ਸੀ। ਯੂਨੀਵਰਸਿਟੀ ਦੇ ਸਿੰਡੀਕੇਟ ਦੇ ਬਹੁਤ ਮੈਂਬਰ ਦਰਬਾਰੀ ਸਨ। ਰਾਜੇ ਦੇ ਸਲਾਹਕਾਰ ਹਰ ਕੋਈ ਵਾਈਸ ਚਾਂਸਲਰ ਤੇ ਕਿਸੇ ਮਦਦ ਜਾਂ ਮਿਹਰਬਾਨੀ ਦਾ ਯਾਚਕ ਸੀ। ਹਰ ਇੱਕ ਨੇ ਕਿਸੇ ਸਵਾਲ ਲਈ ਹੱਥ ਅੱਡ ਰੱਖਿਆ ਸੀ। ਹਰ ਕੋਈ ਸੋਚਦਾ, ਮੈਨੂੰ ਕੀ ਲੋੜ ਹੈ ਵਾਈਸ ਚਾਂਸਲਰ ਦੀ ਲਾਏ ਦੇ ਖਿਲਾਫ ਬੋਲਣ ਦੀ, ਮੈਂ ਕਿਉਂ ਉਸ ਨੂੰ ਨਾਰਾਜ਼ ਕਰਾਂ। ਹਰੇਕ ਮੈਂਬਰ ਕਿਸੇ ਨਵੀਂ ਮੈਂਬਰੀ, ਕਿਸੇ ਨਵੀਂ ਕਮੇਟੀ ਜਾਂ ਨਿੱਕੇ ਮੋਟੇ ਰੁਤਬੇ ਲਈ ਤਾਂਘਦਾ, ਭਾਵੇਂ ਉਹ 93 ਸਾਲ ਦਾ ਹੋ ਗਿਆ ਹੋਵੇ। 4 ਪ੍ਰੋਫੈਸਰਾਂ ਤੇ ਡੀਨ ਆਫ ਯੂਨੀਵਰਸਿਟੀ ਇੰਸਟਰਕਸ਼ਨ ਦੀ ਕਮੇਟੀ ਦੀ ਇੱਕ ਮੀਟਿੰਗ ਸੀ, ਜਿਸ ਨੇ ਇਹ ਫੈਸਲਾ ਕਰਨਾ ਸੀ ਕਿ ਟੈਗੋਰ ਚੇਅਰ ਵਾਸਤੇ 10 ਲੈਕਚਰ ਦੇਣ ਲਈ ਕਿਸ ਵੱਡੀ ਪ੍ਰਤਿਭਾ ਵਾਲੇ ਬੰਦੇ ਨੂੰ ਬੁਲਾਇਆ ਜਾਵੇ। ਇਹਨਾਂ ਲੈਕਚਰਾਂ ਲਈ ਯੂਨੀਵਰਸਿਟੀ ਨੇ 10,000 ਰੁਪਏ ਸੇਵਾ ਫਲ ਦੇਣੇ ਸਨ। 3 ਨਾਂ ਪੇਸ਼ ਹੋਏ। ਇਹਨਾਂ ਵਿੱਚ ਇੱਕ ਨਾਂ ਸਤਿਆਜੀਤ ਰੇ ਦਾ ਸੀ। ਡੀਨ, ਜੋ ਇੱਕ ਫੁਕਰਾ ਪ੍ਰੋਫੈਸਰ ਤੇ ਬਿਜ਼ਨਸ ਮੈਨੇਜਮੈਂਟ ਦਾ ਮਾਹਰ ਸੀ, ਆਖਣ ਲੱਗਾ, ਇਹ ਸਤਿਆਜੀਤ ਰੇ ਕਿੰਨਾ ਕੁ ਪੜ੍ਹਿਆ ਹੋਇਆ ਹੈ, ਕੀ ਕੁਆਲੀਫਿਕੇਸ਼ਨ ਹੈ ਉਸਦੀ। ਡਾਕਟਰ B.N. ਗੋਸਵਾਮੀ, ਜੋ ਲਲਿਤ ਕਲਾ ਦਾ ਸੂਝਵਾਨ ਪ੍ਰੋਫੈਸਰ ਸੀ, ਬੋਲਿਆ, ਉਸਦੀ ਕੁਆਲੀਫਿਕੇਸ਼ਨ ਇਹ ਹੈ ਕਿ ਉਸਦਾ ਨਾਂ ਸਤਿਆਜੀਤ ਰੇ ਹੈ। ਪਰ ਸਰਟੀਫਿਕੇਟਾਂ ਦੇ ਆਸ਼ਿਕ ਡੀਨ ਨੇ ਫਿਰ ਸਤਿਆਜੀਤ ਰੇ ਦੀਆਂ ਪ੍ਰਾਪਤੀਆਂ ਦੀ ਲਿਸਟ ਮੰਗੀ। ਇਹ ਵੀ ਆਖਿਆ ਕਿ ਕਮੇਟੀ ਨੂੰ ਚਾਹੀਦਾ ਹੈ ਕਿ ਸਤਿਆਜੀਤ ਰੇ ਨੂੰ ਚਿੱਠੀ ਲਿਖ ਕੇ ਉਸਦਾ ਕੋਈ ਲੇਖ ਮੰਗਾਏ ਤਾਂ ਜੋ ਉਸਦੀ ਲਿਆਕਤ ਦਾ ਅੰਦਾਜ਼ਾ ਲਾਇਆ ਜਾ ਸਕੇ। ਜੇ ਮੈਂ ਇਸ ਕਮੇਟੀ ਵਿੱਚ ਬੈਠਾ ਨਾ ਹੁੰਦਾ ਤਾਂ ਕਦੇ ਯਕੀਨ ਨਾ ਕਰਦਾ ਕਿ ਯੂਨੀਵਰਸਿਟੀ ਵਿੱਚ ਇਹੋ ਜਿਹੇ ਮੂੜ ਮੱਤ, ਅੜਬ ਤੇ ਜਾਹਿਲ ਤੀਸਮਾਰ ਖਾਂ ਵੀ ਬੈਠੇ ਹੋਏ ਹਨ। ਉਹ ਨਾਵਾਂ ਦੀ ਲਿਸਟ ਵਾਈਸ ਚਾਂਸਲਰ ਕੋਲ ਲੈ ਗਿਆ। ਆਖਿਰ ਉਸਨੇ ਬਹੁਤ ਸੋਚ ਵਿਚਾਰ ਕੇ ਚਿੱਟੀ ਦਾੜੀ ਵਾਲੇ ਡਾਕਟਰ ਮੋਹਨ ਸਿੰਘ ਦੀਵਾਨਾ ਨੂੰ ਇਸ ਆਦਰ ਲਈ ਚੁਣਿਆ, ਜੋ ਯੂਨੀਵਰਸਿਟੀ ਦੇ ਗਵਾਂਢ ਹੀ 15 ਸੈਕਟਰ ਵਿੱਚ ਰਹਿੰਦਾ ਸੀ। ਸਤਿਆਜੀਤ ਰੇ ਦਾ ਨਾਂ ਮਨਜ਼ੂਰ ਕੀਤਾ। ਮੈਂ ਰਾਜ਼ੀ ਨੂੰ ਪਹਿਲੀ ਵਾਰ ਚੰਡੀਗੜ੍ਹ ਦੇ ਹਿਮਾਲਿਆ ਥੀਏਟਰ ਗਰੁੱਪ ਵਿੱਚ ਮਿਲਿਆ। ਇਸ ਗਰੁੱਪ ਨੇ ਮੈਨੂੰ ਇੱਕ ਨਾਟਕ ਡਾਇਰੈਕਟ ਕਰਨ ਲਈ ਬੁਲਾਇਆ ਸੀ, ਜਿਸ ਦੀ ਹੀਰੋਇਨ ਇੱਕ ਨਰਤਕੀ ਸੀ। ਇਹ ਰੋਲ ਕਰਨ ਲਈ 15 ਕੁੜੀਆਂ ਮੌਜੂਦ ਸਨ। ਮੈਂ ਉਹਨਾਂ ਨੂੰ ਆਖਿਆ ਕਿ ਹਰ ਕੁੜੀ ਸਟੇਜ ਉੱਤੇ ਤੁਰ ਕੇ ਨਰਤਕੀ ਦੇ ਸਾਰੇ ਗੁਣ ਪੇਸ਼ ਕਰੇ। ਨਰਤਕੀ ਦਾ ਉਮਰ, ਸੁਭਾਅ, ਨਖਰਾ ਅਤੇ ਕਲਾ। ਇਹ ਨਰਤਕੀ ਕਿਹੋ ਜਿਹੀ ਹੈ, ਕਮੀਨੀ, ਦਰਿਆਦਿਲ, ਲੋਭਣ, ਅਸ਼ਲੀਲ ਜਾਂ ਉੱਤਮ? ਉਸ ਦੇ ਜਜ਼ਬੇ, ਉਸਦੇ ਵਿਚਾਰ ਤੇ ਉਸਦੀ ਸੰਵੇਦਨਾ ਚਾਲ ਵਿੱਚ ਵੀ ਉੱਭਰ ਕੇ ਆਵੇ। ਇਹ ਇੱਕ ਪ੍ਰਕਾਰ ਦਾ ਤਕਨੀਕੀ ਚੈੱਕਅਪ ਸੀ। ਐਕਟਰਸਾਂ ਦੀ ਕਲਾ ਦਾ ਜਾਇਜ਼ਾ, ਨਿਰਲੇਪ ਤੇ ਠੰਡਾ ਦਰਜੀ ਦੇ ਮਾਪ ਵਾਂਗ। ਮੈਂ ਕਾਗਜ਼ ਉਤੇ ਪੈਨਸਲ ਨਾਲ ਨੋਟ ਕਰ ਰਿਹਾ ਸੀ। ਜਦੋਂ ਰਾਜੀ ਦੀ ਵਾਰੀ ਆਈ ਤਾਂ ਮੈਂ ਉਸ ਨੂੰ ਦੇਖਿਆ ਤਾਂ ਉਹ ਮੇਰੇ ਖਿਆਲ ਖਿੰਡ ਗਏ। ਉਸ ਵਿੱਚ ਇੱਕ ਅਜੀਬ ਜੰਗਲੀ ਲਚਕ ਸੀ, ਇੱਕ ਲਾਪਰਵਾਹੀ ਤੇ ਜੋਬਨਮਤੀ ਕੋਸ਼ਿਸ਼। ਇੱਕ ਪਲ ਲਈ ਉਹ ਮੈਨੂੰ ਇਉਂ ਨਜ਼ਰ ਆਈ ਜਿਵੇਂ ਉਸਨੇ ਵਸਤਰ ਨਾ ਪਹਿਨੇ ਹੋਏ ਹੋਣ। ਉਸਦੀ ਗਰਦਨ, ਪਿੱਠ, ਨਿਤੰਬ ਤੇ ਲੱਤਾਂ
ਜਦੋਂ ਉਹ ਮੁੜੀ ਤਾਂ ਮੈਨੂੰ ਉਸਦੀਆਂ ਸੁਡੌਲ ਸ਼ਰਬਤੀ ਛਾਤੀਆਂ ਨਜ਼ਰ ਆਈਆਂ। ਮੈਂ ਸੋਚਣ ਲੱਗਾ ਕਿ ਜਿਸ ਮਰਦ ਨਾਲ ਇਹ ਕੁੜੀ ਵਿਆਹ ਕਰੇਗੀ ਕਿ ਉਸਨੂੰ ਇਸ ਦੇ ਰੂਪ ਦਾ ਗਿਆਨ ਹੋਵੇਗਾ, ਉਸਦੇ ਜਿਸਮ ਵਿੱਚ ਲੁਕੇ ਗਰਮ ਜਜ਼ਬੇ ਦਾ ਗਿਆਨ, ਸਰੀਰ ਦੀ ਉਸ ਖੂਬਸੂਰਤੀ ਦਾ ਜੋ ਅੰਤਰੀਬ ਹੈ। ਇੱਕ ਦਿਨ ਮੈਂ ਦੁਪਹਿਰ ਪਿੱਛੋਂ ਘਰ ਆਇਆ ਤਾਂ ਦੇਖਿਆ ਰਾਜੀ ਮੇਰੇ ਨਿੱਕੇ ਪੜ੍ਹਨ ਵਾਲੇ ਕਮਰੇ ਵਿੱਚ ਬੈਠੀ ਮੈਨੂੰ ਉਡੀਕ ਰਹੀ ਸੀ। ਮੈਂ ਉਸਨੂੰ ਪੁੱਛਿਆ, ਚਾਹ ਪੀਏਂਗੀ? ਉਸਨੇ ਹਾਂ ਆਖੀ ਤੇ ਮੈਂ ਕਿਚਨ ਵਿੱਚ ਗਿਆ ਤੇ ਬਿਜਲੀ ਦੀ ਕੇਤਲੀ ਵਿੱਚ ਪਾਣੀ ਭਰ ਕੇ ਬਟਨ ਦੱਬ ਦਿੱਤਾ। ਜਿੰਨੀ ਬੱਚਿਆਂ ਨਾਲ ਕ੍ਰਿਸਮਸ ਦੇ ਗੀਤ ਗਾਉਣ ਲੱਗੀ ਹੋਈ ਸੀ। ਸੁਰਤੀ ਆਪਣੇ ਕਮਰੇ ਵਿੱਚ ਮੰਜੀ ਉੱਤੇ ਬੈਠੀ ਸੀ, ਕਿਉਂ ਜੋ ਉਸਦੀ ਛਾਤੀ ਵਿੱਚ ਦਰਦ ਸੀ। ਮੈਂ ਮੁੜ ਕੇ ਦੇਖਿਆ ਤਾਂ ਰਾਜੀ ਮੇਰੇ ਪਿੱਛੇ ਪਿੱਛੇ ਕਿਚਨ ਵਿੱਚ ਆ ਗਈ। ਉਹ ਬੋਲੀ, ਮੈਂ ਲਿਆਉਣੀ ਆ ਚਾਹ ਤੁਹਾਡੇ ਲਈ। ਉਹ ਚਾਹ ਤਿਆਰ ਕਰਕੇ ਮੇਰੇ ਪੜ੍ਹਨ ਵਾਲੇ ਕਮਰੇ ਵਿੱਚ ਲੈ ਆਈ। ਉਹ ਮੰਜੀ ਉੱਤੇ ਬੈਠ ਗਈ ਤੇ ਬੋਲੀ, ਮੈਂ ਤੁਹਾਡੇ ਬਾਰੇ ਸੋਚਦੀ ਰਹੀ ਹਾਂ ਕਿ ਕਿਵੇਂ ਮਿਲਾਂ ਤੁਹਾਨੂੰ। ਤੁਸੀਂ ਹਮੇਸ਼ਾ ਮਸ਼ਰੂਫ ਰਹਿੰਦੇ ਹੋ, ਹਮੇਸ਼ਾ ਲੋਕਾਂ ਵਿੱਚ ਘਿਰੇ ਹੋਏ। ਉਸਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਨਸ਼ੀਲੀ ਵਾਸਨਾ ਦੀ ਚਮਕ ਸੀ, ਸ਼ਾਇਦ ਖੁਸ਼ੀ ਦੀ ਜਾਂ ਕਿਸੇ ਹੋਰ ਜਜ਼ਬੇ ਦੀ। ਉਹ ਬੋਲੀ, ਮੈਂ ਤੁਹਾਨੂੰ ਮਿਲਣ ਆਈ ਹਾਂ ਕਿਉਂਕਿ ਮੈਨੂੰ ਤੁਹਾਡੀ ਲੋੜ ਹੈ, ਤੁਹਾਡੀ ਦੋਸਤੀ ਦੀ। ਮੈਂ ਤੁਹਾਡੇ ਬਾਰੇ ਅਖਬਾਰਾਂ ਵਿੱਚ ਪੜ੍ਹਿਆ ਸੀ, ਪੰਜਾਬੀ ਰਸਾਲਿਆਂ ਵਿੱਚ। ਚਿਰਾਂ ਤੋਂ ਮੈਂ ਸੋਚ ਰਹੀ ਸਾਂ ਕਿ ਤੁਹਾਨੂੰ ਕਿਵੇਂ ਮਿਲਾਂ। ਫਿਰ ਮੈਂ ਤੁਹਾਡੇ ਅਮਰੀਕਾ ਜਾਣ ਬਾਰੇ ਪੜ੍ਹਿਆ, ਤੁਹਾਡੀ ਸ਼ਾਦੀ ਬਾਰੇ, ਤੇ ਫਿਰ ਇੱਕ ਦਿਨ ਅਖਬਾਰ ਵਿੱਚ ਪੜ੍ਹਿਆ ਕਿ ਤੁਸੀਂ ਚੰਡੀਗੜ੍ਹ ਥੀਏਟਰ ਦਾ ਡਿਪਾਰਟਮੈਂਟ ਕਾਇਮ ਕਰਨ ਲਈ ਸੋਚ ਰਹੇ ਹੋ। ਮੇਰੀ ਤਮੰਨਾ ਵੱਧ ਗਈ ਤੁਹਾਨੂੰ ਮਿਲਣ ਦੀ। ਜਦੋਂ ਮੈਂ ਸਕੂਲ ਵਿੱਚ ਪੜ੍ਹਦੀ ਸਾਂ ਤੇ ਫਿਰ ਕਾਲਜ ਵਿੱਚ, ਤਾਂ ਤੁਹਾਡੀ ਕੁਆਰੀ ਟੀਸੀ ਅਤੇ ਕਣਕ ਦੀ ਬਲੀ ਨਾਟਕ ਪੜ੍ਹੇ। ਮੈਂ ਸੋਚਿਆ ਕਿ ਤੁਹਾਡੀ ਨਾਟਕ ਦੀ ਹੀਰੋਇਨ ਤਾਰੋ ਮੈਂ ਹਾਂ। ਤਾਰੋ ਦਾ ਬਲਦਾ ਵੇਗ, ਉਸਦਾ ਅੰਨਾ ਪਿਆਰ, ਉਸਦੀ ਤੜਫ ਮੈਂ ਮਹਿਸੂਸ ਕਰਦੀ ਸਾਂ। ਸੋਚਦੀ ਸਾਂ ਕਿ ਇਹ ਆਦਮੀ ਕਿਹੋ ਜਿਹਾ ਹੋਵੇਗਾ ਜੋ ਔਰਤ ਦੇ ਮਨ ਦੀਆਂ ਡੂੰਘਾਣਾਂ ਨੂੰ ਸੋਚਦਾ ਹੈ। ਪਰ ਉਸ ਵੇਲੇ ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਮੈਂ ਚਿੱਠੀ ਲਿਖ ਸਕਾਂ। ਮੈਂ ਡਰਦੀ ਸਾਂ। ਉਸਨੇ ਮੈਨੂੰ ਦੱਸਿਆ ਕਿ 2 ਸਾਲ ਪਹਿਲਾਂ ਇੱਕ ਵਾਰ ਮੇਰੇ ਡਿਪਟੀ ਡਾਇਰੈਕਟਰ ਦੇ ਘਰ ਉਹ ਮੈਨੂੰ ਕਿਸੇ ਡਿਨਰ ਤੇ ਮਿਲੀ ਸੀ। ਉਸਨੇ ਫਰੋਜੀ ਰੰਗ ਦੀ ਸਾੜੀ ਪਾਈ ਹੋਈ ਸੀ ਜਿਸ ਦਾ ਸੁਨਹਿਰੀ ਪੱਲਾ ਸੀ ਤੇ ਉਸਨੇ ਸੋਨੇ ਦੇ ਝੁਮਕੇ ਪਾਏ ਹੋਏ ਸਨ। ਮੈਂ ਡਿਨਰ ਤੇ ਸਭ ਤੋਂ ਪਿੱਛੋਂ ਆਇਆ ਤੇ ਸਭ ਤੋਂ ਪਹਿਲਾਂ ਚਲਾ ਗਿਆ ਸੀ। ਉਸਦੇ ਯਾਦ ਕਰਾਉਣ ਤੇ ਮੈਨੂੰ ਹਲਕਾ ਹਲਕਾ ਯਾਦ ਆਇਆ ਕਿ ਮੈਂ ਉਸਨੂੰ ਉੱਥੇ ਦੇਖਿਆ ਸੀ, ਪਰ ਚੰਗੀ ਤਰ੍ਹਾਂ ਨਹੀਂ। ਅਸੀਂ ਥੋੜ੍ਹੀ ਦੇਰ ਗੱਲਾਂ ਕਰਦੇ ਰਹੇ। ਇੱਕ ਅਜੀਬ ਜਜ਼ਬਾ ਗਰਮ ਰੋਹ ਵਾਂਗ ਵਗ ਰਿਹਾ ਸੀ ਉਸ ਵੇਲੇ। ਮੈਂ ਇਸ ਤਪਸ਼ ਨੂੰ ਮਹਿਸੂਸ ਕੀਤਾ ਤੇ ਯਕਦਮ ਅਮੁਕ ਖਾਮੋਸ਼ੀ ਤੇ ਇਕਾਂਤ ਨੂੰ, ਜਿਸ ਵਿੱਚ ਡਰ ਦਾ ਲਰਜ਼ਾ ਸੀ, ਉਸ ਨੂੰ ਆਖਿਆ, ਮੇਰੀ ਦੋਸਤੀ ਮਨਜ਼ੂਰ ਹੈ ਨਾ? ਮੈਂ ਉਸ ਨਾਲ ਹੱਥ ਮਿਲਾ ਕੇ ਆਖਿਆ, ਮਨਜ਼ੂਰ ਹੈ। ਨਾਲ ਹੀ ਇੱਕ ਝਰਨਾਹਟ ਜਿਹੀ ਦੌੜ ਗਈ ਮੇਰੇ ਅੰਦਰ। ਇਹ ਦੋਸਤੀ ਕਿਹੋ ਜਿਹੀ ਸੀ? ਜਦੋਂ ਇੱਕ ਤੀਵੀਂ ਮਰਦ ਨੂੰ ਦੋਸਤੀ ਲਈ ਆਖਦੀ ਹਾਂ ਤਾਂ ਦੋਸਤੀ ਮਦਦ ਲਈ ਹੈ ਕਿ ਪਿਆਰ ਲਈ? ਰਾਜੀ ਨੇ ਸਿਰਫ ਖੁਸ਼ੀ ਜ਼ਾਹਰ ਕੀਤੀ ਤੇ ਸ਼ੁਕਰੀਆ ਅਦਾ ਕਰਕੇ ਚਲੀ ਗਈ। ਇੱਕ ਦਿਨ ਉਹ ਜੀਨੀ ਦੇ ਬੱਚਿਆਂ ਲਈ ਤੋਹਫੇ ਲੈ ਕੇ ਆਈ। ਛੇਤੀ ਹੀ ਜੀਨੀ ਤੇ ਰਾਜੀ ਸਹੇਲੀਆਂ ਬਣ ਗਈਆਂ। ਦੋਨਾਂ ਨੂੰ ਮਿਊਜ਼ਿਕ ਤੇ ਖਾਣੇ ਪਕਾਉਣ ਦਾ ਸ਼ੌਂਕ ਸੀ। ਕਈ ਵਾਰੀ ਦੋਵੇਂ ਕਿਚਨ ਵਿੱਚ ਕੋਈ ਕੇਕ ਜਾਂ ਪੁਡਿੰਗ ਤਿਆਰ ਕਰ ਰਹੀਆਂ ਹੁੰਦੀਆਂ ਤੇ ਮੈਨੂੰ ਉਹਨਾਂ ਦੇ ਹਾਸੇ ਦੀ ਆਵਾਜ਼ ਸੁਣਦੀ। ਮੈਂ ਉਹਨਾਂ ਦੇ ਸੁਹੇਲਪੁਣੇ ਤੋਂ ਖੁਸ਼ ਸਾਂ ਕਿਉਂਕਿ ਇਸ ਦੀ ਓਟ ਵਿੱਚ ਮੈਂ ਰਾਜੀ ਲਈ ਆਪਣੇ ਵਾਧੇ ਜਜ਼ਬੇ ਨੂੰ ਪਾਲ ਸਕਦਾ ਸੀ। ਇਸ ਪਰਦੇ ਹੇਠ ਮੈਂ ਰਾਜੀ ਨੂੰ ਵਧੇਰੇ ਖੁੱਲ੍ਹੀ ਤਰ੍ਹਾਂ ਮਿਲ ਸਕਦਾ ਸਾਂ। ਮੈਂ ਰਾਜੀ ਨੂੰ ਹਮੇਸ਼ਾ ਐਕਟਰਾਂ ਤੇ ਐਕਟਰੈਸਾਂ ਦੇ ਨਾਲ ਮਿਲਦਾ ਜਾਂ ਜੀਨੀ ਨਾਲ, ਪਰ ਉਸ ਦੀ ਮੌਜੂਦਗੀ ਵਿੱਚ ਮੈਂ ਇੱਕ ਅਜੀਬ ਹੁਲਾਸ ਮਹਿਸੂਸ ਕਰਦਾ। ਰਾਤ ਹੋ ਚੁੱਕੀ ਸੀ। ਮੈਂ ਥੀਏਟਰ ਤੋਂ ਘਰ ਮੁੜਿਆ। ਰਾਜੀ ਤੇ ਜੀਨੀ ਬੈੱਡਰੂਮ ਵਿੱਚ ਆਪਣੀਆਂ ਨੋਟਬੁੱਕਾਂ ਵਿੱਚ ਕੁਝ ਲਿਖ ਰਹੀਆਂ ਸੀ। ਮੈਨੂੰ ਦੇਖ ਕੇ ਦੋਵੇਂ ਹੱਸੀਆਂ ਤੇ ਆਖਣ ਲੱਗੀਆਂ ਕਿ ਮੈਂ ਐਨ ਵੇਲੇ ਸਿਰ ਮੁੜਿਆ ਹਾਂ। ਬਸ ਹੁਣੇ ਉਹਨਾਂ ਨੇ ਭਾਂਤ-ਭਾਂਤ ਦੇ ਖਾਣੇ ਤੇ ਕੇਕ ਬਣਾਉਣ ਦੀਆਂ ਤਰਕੀਬਾਂ ਇੱਕ ਦੂਜੀ ਤੋਂ ਸਿੱਖ ਲਈਆਂ ਸਨ। ਰਾਜੀ ਉੱਠੀ ਤੇ ਕਿਹਾ ਕਿ ਉਸਨੂੰ ਚਿਰ ਹੋ ਗਿਆ ਤੇ ਉਸਨੇ ਘਰ ਜਾਣਾ ਸੀ। ਉਸਨੇ ਗੁੱਡ ਨਾਈਟ ਆਖਿਆ ਤੇ ਚਲੀ ਗਈ। ਮੈਂ ਕਿਚਨ ਵਿੱਚ ਗਿਆ ਤੇ ਸ਼ੋਰਬੇ ਦਾ ਇੱਕ ਵੱਡਾ ਚਮਚਾ ਭਰ ਕੇ ਚੱਖਿਆ। ਮੈਨੂੰ ਭੁੱਖ ਲੱਗੀ ਸੀ। ਕਿਚਨ ਦੇ ਪਿਛਲੇ ਦਰਵਾਜ਼ੇ ਤੋਂ ਐਵੇਂ ਬਾਹਰ ਨਿਕਲ ਗਿਆ ਤੇ ਅੰਬਾਂ ਦੇ ਦਰਖਤਾਂ ਕੋਲੋਂ ਦੀ ਲੰਘ ਕੇ ਵੱਡੇ ਫਾਟਕ ਕੋਲ ਆਇਆ। ਰਾਜੀ ਉੱਥੇ ਖੜੀ ਸੀ। ਮੈਂ ਹੈਰਾਨ ਹੋਇਆ ਉਸਨੂੰ ਦੇਖ ਕੇ। ਮੈਨੂੰ ਯਾਦ ਆਇਆ ਕਿ ਸ਼ਾਇਦ ਇਸ ਵਾਸਤੇ ਅਚਨਚੇਤ ਹੀ ਬਾਹਰ ਆ ਗਿਆ ਸਾਂ ਕਿਉਂਕਿ ਵਿਦਾ ਹੋਣ ਲੱਗੇ ਮੈਂ ਉਸ ਦੀਆਂ ਅੱਖਾਂ ਵਿੱਚ ਇੱਕ ਵੇਗ ਭਰੀ ਵਾਸ਼ਨਾ ਦਾ ਝੋਲਾ ਪਿਆ ਸੀ। ਉਸਨੇ ਮੈਨੂੰ ਪੁੱਛਿਆ ਕਿ ਕੀ ਮੈਂ ਆਪਣੀ ਕਾਰ ਵਿੱਚ ਉਸਨੂੰ ਛੱਡਣ ਜਾ ਸਕਦਾ ਸਾਂ। ਅਸੀਂ ਦੋਵੇਂ ਵਾਪਸ ਗੈਰਾਜ ਵੱਲ ਤੁਰ ਪਏ। ਮੈਂ ਖਿੜਕੀ ਦੀ ਜਾਲੀ ਵਿੱਚੋਂ ਦੇਖਿਆ ਕਿ ਜੀਨੀ ਬਿਸਤਰ ਤੇ ਬਈ ਬੱਚਿਆਂ ਨੂੰ ਕੋਈ ਕਹਾਣੀ ਸੁਣਾ ਰਹੀ ਸੀ। ਮੇਰੇ ਕਦਮ ਪੋਲੇ ਹੋ ਗਏ। ਰਾਜੀ ਮੇਰੇ ਅੱਗੇ ਤੁਰ ਕੇ ਗੈਰਾਜ ਦੇ ਪਿਛਲੇ ਬੂਹੇ ਕੋਲ ਖੜੀ ਹੋ ਗਈ। ਮੈਂ ਉਸ ਦੇ ਪਿੱਛੇ ਸਾਂ। ਇੱਕ ਵੱਡੇ ਦਰਖਤ ਦੀਆਂ ਟਹਿਣੀਆਂ ਵਿੱਚੋਂ ਚਾਂਦਨੀ ਝਰ ਕੇ ਉਸ ਉੱਤੇ ਖਿੰਡ ਰਹੀ ਸੀ।
ਉਹਦੀਆਂ ਅੱਖਾਂ ਵਿੱਚ ਸਹਿਵਤ ਦੀ ਚਮਕ ਸੀ। ਮੈਨੂੰ ਉਸਦੇ ਜਿਸਮ ਦਾ ਸੇਕ ਆ ਰਿਹਾ ਸੀ। ਮੈਂ ਗੈਰਾਜ ਦੇ ਬੂਹੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਇਹ ਜੰਮਿਆ ਹੋਇਆ ਸੀ। ਬਾਰਿਸ਼ ਨਾਲ ਇਸ ਦੇ ਤਖਤੇ ਫੁੱਲ ਗਏ ਸਨ। ਮੈਂ ਮੋਢੇ ਨਾਲ ਜ਼ੋਰ ਲਾ ਕੇ ਇਸ ਨੂੰ ਧੱਕਿਆ। ਬੜੀ ਸੰਜਮ ਵਾਲੀ ਭਰਪੂਰ ਸ਼ਕਤੀ ਨਾਲ ਬੂਹਾ ਹਲਕੀ ਕਿਸਰ ਨਾਲ ਖੁੱਲ੍ਹ ਗਿਆ। ਅਸੀਂ ਚੁੱਪ-ਚਾਪ ਅੰਦਰ ਗਏ, ਕੰਬਦੇ ਤੇ ਖੌਫ ਨਾਲ ਕੀਲੇ ਹੋਏ, ਜਿਵੇਂ ਦੁਸ਼ਮਣ ਦੀਆਂ ਗੋਲੀਆਂ ਤੋਂ ਬਚਦੇ ਖੰਦਕ ਵਿੱਚ ਉਤਰ ਗਏ ਹੋਈਏ। ਹਨੇਰੇ ਵਿੱਚ ਅਸੀਂ ਇੱਕ ਦੂਜੇ ਨੂੰ ਮਹਿਸੂਸ ਕੀਤਾ। ਉਹ ਮੈਨੂੰ ਫੜ ਕੇ ਚੁੰਮਣ ਲੱਗੀ, ਇੱਕ ਲੰਮਾ ਨਾ ਮੁੱਕਣ ਵਾਲਾ ਚੁੰਮਣ ਚੱਕਰ। ਕਾਮ ਵਾਸ਼ਨਾ ਤੋਂ ਪ੍ਰੇਰਿਆ ਮੈਂ ਉਸ ਨੂੰ ਚੁੰਮ ਰਿਹਾ ਸਾਂ। ਮੈਂ ਮਹਿਸੂਸ ਕੀਤਾ ਕਿ ਜਿਵੇਂ ਮੇਰੇ ਮੂੰਹ ਵਿੱਚ ਚੰਗਿਆੜੇ ਛੁੱਟ ਰਹੇ ਹੋਣ। ਠੰਡੀਆਂ ਤੇ ਗਰਮ ਰੋਵਾਂ ਮੇਰੇ ਜਿਸਮ ਵਿੱਚ ਦੌੜ ਰਹੀਆਂ ਸਨ। ਹਲਕੀ ਰੋਸ਼ਨੀ ਲੋਹੇ ਦੇ ਸ਼ਟਰ ਦੀਆਂ ਚੀਥਾਂ ਵਿੱਚੋਂ ਛਣ ਰਹੀ ਸੀ। ਹੁਣ ਸਾਡੀਆਂ ਅੱਖਾਂ ਦੁੱਧੀਆਂ ਹਨੇਰੇ ਵਿੱਚ ਦੇਖਣ ਦੀਆਂ ਆਦੀ ਹੋ ਚੁੱਕੀਆਂ ਸਨ। ਸਾਡੇ ਵੇਗ ਨਾਲ ਭਰੇ ਸਰੀਰਾਂ ਦੀਆਂ ਹਰਕਤਾਂ ਇਉਂ ਸਨ ਜਿਵੇਂ ਪਾਣੀ ਹੇਠ ਹੁਸ਼ਿਆਰ ਤੈਰਾਕ ਹੋਣ। ਹਰ ਚੀਜ਼ ਲਹਿਰਾਂ ਵਿੱਚ ਭਿੱਜੀ ਤੇ ਡੁੱਬੀ। ਉਸਨੇ ਆਪਣੇ ਕੱਪੜੇ ਹੌਲੀ-ਹੌਲੀ ਉਤਾਰ ਸੁੱਟੇ। ਉਸਦੀ ਚਿੱਟੀ ਅੰਗੀ ਕਿਸੇ ਚੀਨੇ ਕਬੂਤਰ ਵਾਂਗ ਫੜਫੜਾ ਕੇ ਡਿੱਗੀ। ਮੈਂ ਉਸਦੀਆਂ ਪਸਮੀਆਂ ਛਾਤੀਆਂ ਨੂੰ ਮਹਿਸੂਸ ਕੀਤਾ, ਉਸਦੇ ਗੁੰਦਵੇਂ ਜਿਸਮ ਨੂੰ, ਉਸਦੀ ਭਖਦੀ ਦੇਹ ਨੂੰ। ਮੇਰਾ ਹੱਥ ਉਸਦੀ ਗਰਦਨ ਤੇ ਪਿੱਠ ਤੋਂ ਹੁੰਦਾ ਆਇਆ ਉਸਦੇ ਨੰਗੇ ਨਿਤੰਬਾਂ ਨੂੰ ਮਹਿਸੂਸ ਕਰ ਰਿਹਾ ਸੀ, ਸਡੋਲ ਤੇ ਭਰਵੇਂ। ਅਸੀਂ ਦੋਵੇਂ ਕੱਚੇ ਫਰਸ਼ ਉੱਤੇ ਇੱਕ ਮਹਾਂ ਸੰਭੋਗ ਵਿੱਚ ਲੀਨ ਹੋ ਗਏ। ਉਸਦੇ ਸੰਘਣੇ ਕਾਲੇ ਵਾਲ ਮੇਰੀਆਂ ਉਂਗਲਾਂ ਵਿੱਚ ਮੂੰਹ ਵਿੱਚ ਫਸ ਜਾਂਦੇ। ਸਾਡੇ ਪੈਰਾਂ ਤੇ ਅੰਗੂਠੇ ਨੰਗੀਆਂ ਲੱਤਾਂ ਉੱਤੇ ਇੱਕ ਟੂਣੇ ਭਰੀ ਭਾਸ਼ਾ ਉਕਰ ਰਹੇ ਸਨ, ਜਿਵੇਂ ਕੋਈ ਗਿੱਲੀ ਰੇਤ ਉੱਤੇ ਸਿਆਹ ਉਂਗਲ ਨਾਲ ਕੁਝ ਲਿਖ ਰਿਹਾ ਹੋਵੇ। ਸਾਡੇ ਸਰੀਰ ਇੱਕ ਦੂਜੇ ਵੱਲ ਧੱਸਦੇ ਜਾ ਰਹੇ ਸਨ, ਇੱਕ ਦੂਜੇ ਵਿੱਚ ਪਿਘਲ ਤੇ ਜਜ਼ਬ ਹੁੰਦੇ ਹੋਏ। ਕਾਲੇ ਵਾਲਾਂ ਦੀ ਚੁਭਦੀ ਹੋਈ ਲੂਣ ਤੇ ਗਰਮ ਸਾਹ, ਗੁੰਨੇ ਹੋਏ ਮਾਸ ਤੇ ਕੰਬਦੀ ਹੋਈ ਸਹਿਵਤ ਦਾ ਸੇਕ, ਜਿਵੇਂ ਚੌਲਾਂ ਦੀ ਪਿੱਛ ਦੀ ਹਾਂਡੀ ਉਬਲ ਰਹੀ ਹੋਵੇ। ਫਿਰ ਚਿੱਟੀਆਂ ਰੋਸ਼ਨੀਆਂ ਦਾ ਲਹਿਰੀਆ ਚਮਕਿਆ ਤੇ ਇੱਕ ਧਮਾਕੇ ਨਾਲ ਸਰੀਰ ਵਿੱਚੋਂ ਅਦੁੱਤੀ ਨੂਰ ਖਿੰਡ ਗਿਆ। ਤਾਰਿਆਂ ਦਾ ਬੂਰ ਤਰੋਂਕਿਆ ਗਿਆ ਤੇ ਇੱਕ ਭਿੱਜੀ ਗੰਧ ਫੈਲ ਗਈ, ਜਿਵੇਂ ਦੱਬੇ ਹੋਏ ਗਿੱਲੇ ਪੱਤਿਆਂ ਦੀ ਬਾਸ। ਇੱਕ ਅਜੀਬ ਕੱਚੀ ਬਾਸ, ਨਿੱਸਲ ਤੇ ਬੇਹੋਸ਼ ਕਰ ਦੇਣ ਵਾਲੀ ਬਾਸ। ਜਦੋਂ ਅਸੀਂ ਬਾਹਰ ਨਿਕਲੇ ਤਾਂ ਚੰਦ ਦੀ ਦੁਧੀਆ ਰੋਸ਼ਨੀ ਘਾਹ ਦੇ ਲਾਨ ਉੱਤੇ ਡੁੱਲ ਰਹੀ ਸੀ। ਮੈਂ ਮੁੜਿਆ ਤਾਂ ਜੀਨੀ ਘੂਕ ਸੁੱਤੀ ਪਈ ਸੀ। ਮੈਂ ਕਿਚਨ ਵਿੱਚ ਗਿਆ, ਖਾੜਾ ਗਰਮ ਕੀਤਾ ਤੇ ਖੜੇ ਨਹੀਂ ਹੌਲੀ ਖਾ ਲਿਆ। ਬੈਡਰੂਮ ਵਿੱਚ ਆਇਆ ਤੇ ਮਲਕੜੇ ਜਿਹੇ ਜੀਨੀ ਨਾਲ ਪੈ ਗਿਆ। ਮੇਰਾ ਸਰੀਰ ਅਜੀਬ ਝਰਨਾਟਾਂ ਤੇ ਸਵਾਦਾਂ ਨਾਲ ਭਰਿਆ ਹੋਇਆ ਸੀ। ਬਹੁਤ ਚਿਰ ਪਿਆ ਮੈਂ ਹਨੇਰੇ ਵਿੱਚ ਜੀਨੀ ਦੇ ਸਾਹਾਂ ਦੀਆਂ ਆਵਾਜ਼ ਸੁਣਦਾ ਰਿਹਾ। ਫਿਰ ਮੈਂ ਸੌਂ ਗਿਆ। ਰਾਜੀ ਅਕਸਰ ਰਿਹਰਸਲ ਪਿੱਛੋਂ ਠਹਿਰ ਜਾਂਦੀ ਤੇ ਅਸੀਂ ਦੋਵੇਂ ਇੱਕ ਢਾਬੇ ਤੇ ਜਾ ਕੇ ਰੋਟੀ ਖਾਂਦੇ। ਉਸਨੇ ਮੈਨੂੰ ਦੱਸਿਆ ਕਿ ਉਸਦਾ ਬਾਪ ਰਿਟਾਇਰਡ ਬ੍ਰਿਗੇਡੀਅਰ ਸੀ। ਉਸਦੇ 2 ਭਰਾ ਸਨ ਅਤੇ ਇੱਕ ਬਹੁਤ ਤਿੱਖੇ ਸੁਭਾਅ ਵਾਲੀ ਜਬਰ ਮਾਂ। ਰਾਜੀ ਦੀ ਸ਼ਾਦੀ ਇੱਕ ਠੇਕੇਦਾਰ ਦੇ ਪੁੱਤ ਨਾਲ ਹੋਈ ਸੀ। ਉਹ ਇੱਕ ਸ਼ਰਾਬੀ ਕਬਾਬੀ ਜੂਏਬਾਜ਼ ਸੀ। 1 ਸਾਲ ਪਿੱਛੋਂ ਉਹਨਾਂ ਦੇ ਘਰ ਧੀ ਜੰਮੀ। ਰਾਜੀ ਬੋਲੀ ਉਹ ਨਿਰਾ ਜਾਨਵਰ ਸੀ। ਇੱਕ ਦਿਨ ਉਹ ਆਪਣੇ ਟਾਈਪਿਸਟ ਨੂੰ ਘਰ ਲੈ ਆਇਆ। ਜਦੋਂ ਮੈਂ ਉਸ ਚੜੇਲ ਨੂੰ ਬੁਰਾ ਭੁਰਾ ਆਖਿਆ ਤਾਂ ਮੇਰੇ ਖਵਾਂਦੇ ਨੇ ਮੇਰੇ ਚਪੇੜ ਕੱਢ ਮਾਰੀ। ਉਸਨੇ ਸ਼ਰਾਬ ਪੀਤੀ ਹੋਈ ਸੀ। ਮੈਨੂੰ ਗਾਲਾਂ ਕੱਢੀਆਂ। ਉਸ ਵੇਲੇ ਮੈਂ ਗਰਭਵਤੀ ਸੀ। ਉਸ ਨੂੰ ਮੇਰੇ ਵਿੱਚ ਕੋਈ ਦਿਲਚਸਪੀ ਨਹੀਂ ਸੀ। ਇਸ ਪਿੱਛੋਂ ਮੈਂ ਉਸ ਨੂੰ ਇੱਕ ਹੋਰ ਤੀਵੀਂ ਨਾਲ ਉਸਦੇ ਦਫ਼ਤਰ ਵਿੱਚ ਜਾ ਫੜਿਆ। ਮੈਨੂੰ ਕਿਸੇ ਇਸ ਬਾਰੇ ਦੱਸਿਆ ਸੀ। ਮੈਂ ਸਿੱਧੀ ਦਫ਼ਤਰ ਗਈ, ਦਰਵਾਜ਼ੇ ਨੂੰ ਜ਼ੋਰ ਦੀ ਠੁੱਡਾ ਮਾਰਿਆ ਤੇ ਖੋਲ੍ਹ ਦਿਖਾਇਆ। ਅੰਦਰ ਗਈ ਤਾਂ ਵੇਖਿਆ ਉਹ ਕਿਸੇ ਹੋਰ ਤੀਵੀਂ ਨੂੰ ਪੱਟਾਂ ਤੇ ਬਿਠਾਈ ਬੈਠਾ ਸੀ। ਮੈਂ ਜੁੰਡੇ ਫੜ ਕੇ ਉਸ ਨੂੰ ਝੰਜੋੜਿਆ ਤੇ ਗੁੱਸੇ ਵਿੱਚ ਪਾਗਲ ਹੋਈ ਨੇ ਉਸ ਨੂੰ ਧੱਕਾ ਦਿੱਤਾ। ਉਸਦਾ ਸਿਰ ਕੰਧ ਨਾਲ ਵੱਜਿਆ ਤੇ ਉਹ ਡਿੱਗ ਪਿਆ। ਉਸ ਪਿੱਛੋਂ ਮੈਂ ਆਪਣੇ ਮਾਂ-ਬਾਪ ਦੇ ਘਰ ਆ ਗਈ ਤੇ ਕਦੇ ਵਾਪਸ ਨਾ ਗਈ। ਕੁਝ ਮਹੀਨਿਆਂ ਪਿੱਛੋਂ ਮੇਰੇ ਘਰ ਪੁੱਤ ਜੰਮਿਆ। ਹੁਣ ਉਹ 4 ਸਾਲ ਦਾ ਹੈ। ਸਾਵਾਂ ਮੇਰੇ ਖਵਾਂਦ ਦਾ ਰੂਪ, ਪਰ ਮੈਂ ਉਸ ਨੂੰ ਪਿਆਰ ਕਰਦੀ ਹਾਂ। ਜਦੋਂ ਉਹ ਰੋਂਦਾ ਤੇ ਦੰਦ ਪੀਂਦਾ ਹੈ ਤਾਂ ਬਿਲਕੁਲ ਮੇਰੇ ਖਵਾਂਦ ਵਾਂਗ ਲੱਗਦਾ ਹੈ। ਪਰ ਤੀਵੀਂ ਕੀ ਕਰੇ? ਇੱਕ ਵਾਰ ਪੁੱਤ ਜੰਮ ਕੇ ਉਹ ਉਹਦੇ ਨਾਲ ਬੰਨੀ ਜਾਂਦੀ ਹੈ ਤੇ ਸਾਰੀ ਉਮਰ ਲਈ। ਉਹ ਥੋੜ੍ਹੀ ਦੇਰ ਲਈ ਰੁਕੀ ਤੇ ਫਿਰ ਬੋਲੀ, ਜੇ ਮੈਂ ਤੈਨੂੰ 7 ਸਾਲ ਪਹਿਲਾਂ ਮਿਲੀ ਹੁੰਦੀ ਤਾਂ ਮੈਂ ਤੇਰੇ ਨਾਲ ਕਿਤੇ ਦੌੜ ਗਈ ਹੁੰਦੀ, ਅਮਰੀਕਾ ਜਾਂ ਬੰਬਈ, ਬਸ ਦੂਰ ਕਿਸੇ ਥਾਂ, ਚੰਡੀਗੜ੍ਹ ਤੋਂ ਦੂਰ। ਮੈਂ ਜ਼ਿੰਦਗੀ ਦੇ 7 ਸਾਲ ਗਵਾ ਦਿੱਤੇ। ਯਕੀਨ ਨਹੀਂ ਆਉਂਦਾ ਕਿ ਮੈਂ ਤੈਨੂੰ ਮਿਲੀ ਤੇ ਇਸ ਵੇਲੇ ਤੂੰ ਮੇਰੇ ਨਾਲ ਹੈ। ਜਿੰਨੀ ਆਪਣੀਆਂ ਸਹੇਲੀਆਂ ਨਾਲ ਮਿਊਜ਼ਿਕ ਦੀ ਪ੍ਰੈਕਟਿਸ ਕਰਨ ਗਈ ਸੀ। ਮੈਂ ਕਮਰੇ ਵਿੱਚੋਂ ਲੰਘ ਕੇ ਕਿਚਨ ਵਿੱਚ ਗਿਆ ਤੇ ਫਿਰ ਆਪਣੇ ਨਿੱਕੇ ਸਟੱਡੀ ਰੂਮ ਵਿੱਚ ਹੈਰਾਨ ਹੋਇਆ ਉੱਥੇ ਰਾਜੀ ਨੂੰ ਬੈਠੀ ਦੇਖ ਕੇ। ਰਾਜੀ ਨੇ ਦੌੜ ਕੇ ਮੈਨੂੰ ਸੀਨੇ ਨਾਲ ਲਾ ਲਿਆ। ਉਹਦਾ ਸਾਹ ਚੜਿਆ ਹੋਇਆ ਸੀ ਤੇ ਉਸਦਾ ਦਿਲ ਧੱਕ ਕਰ ਰਿਹਾ ਸੀ। ਉਸਨੇ ਆਖਿਆ, ਮੈਂ ਸਾਰੀ ਰਾਤ ਤੇਰੇ ਬਾਰੇ ਸੋਚਦੀ ਰਹੀ, ਉਡੀਕਦੀ ਰਹੀ ਤੇ ਕਦੋਂ ਸਵੇਰ ਹੋਵੇ ਤੇ ਮੈਂ ਤੈਨੂੰ ਮਿਲਾਂ। ਮੈਂ ਤੇਰੇ ਕੋਲ ਹਾਂ, ਤੇਰੇ ਚਰਨਾਂ ਵਿੱਚ ਦੇਖ ਕੇ ਮੇਰੇ ਲਈ ਇੱਕ ਤੋਹਫਾ ਲੈ ਕੇ ਆਈ ਹਾਂ।
उसने एक निक्की ਜਿਹੀ ਡੱਬੀ ਖੋਲੀ जिस ਵਿੱਚ ਸੰਧੂਰ ਦੀ ਚੁੰਡੀ ਭਰੀ ਤੇ ਮੇਰੀ ਤਲੀ ਤੇ ਰੱਖ ਕੇ ਆਖਿਆ, ਲੈ ਇਹ ਸੰਧੂਰ ਮੇਰੀ ਮਾਂਗ ਵਿੱਚ ਭਰ ਦੇ, ਆਖ ਕੇ ਮੈਂ ਤੇਰੀ ਬੀਵੀ ਹਾਂ। ਆਖ ਇਹ ਸ਼ਗਨਾ ਭਰਿਆ ਸ਼ਬਦ ਬੀਵੀ, ਤੇਰੀ ਸੱਜ ਵਿਆਹੀ ਵੋਟੀ, ਮੈਂ ਤੇਰੀ ਹਾਂ ਹਮੇਸ਼ਾ ਲਈ। ਮੈਂ ਇਹ ਸਰੀਰ ਤੇਰੇ ਅਰਪਣ ਕਰਦੀ ਹਾਂ। ਹਰ ਚੀਜ਼ ਮੈਂ ਤੈਨੂੰ ਸਦਾ ਖੁਸ਼ ਰੱਖਾਂਗੀ। ਕੋਈ ਤੀਵੀ ਤੈਨੂੰ ਇੰਨਾ ਪਿਆਰ ਨਹੀਂ ਕਰ ਸਕਦੀ ਜਿੰਨਾ ਮੈਂ। ਤੂੰ ਹੀ ਇੱਕ ਐਸਾ ਆਦਮੀ ਹੈ ਜਿਸ ਨੇ ਮੇਰੇ ਅੰਦਰ ਇੱਕ ਅਜੀਬ ਤੜਫ ਭਰ ਦਿੱਤੀ ਹੈ। ਮੈਂ ਸਾਰੀ ਤੇ ਸਾਰੀ ਤੇਰੇ ਵਾਸਤੇ ਹਾਂ। ਤੂੰ ਮੇਰਾ ਮਾਲਕ ਹੈ, ਮੇਰੇ ਜਿਸਮ ਦਾ। ਮੈਂ ਤੈਨੂੰ ਪਿਆਰ ਕਰਦੀ ਹਾਂ। ਉਸ ਦੇ ਸ਼ਬਦਾਂ ਵਿੱਚ ਇੱਕ ਖੂਨੀ ਨਿੱਘ ਸੀ। ਉਸ ਦੇ ਕਾਵ ਮਾਈ ਬੋਲਾਂ ਵਿੱਚ ਅਸਲੀਅਤ ਝਾਕਦੀ ਸੀ। ਭਾਵੇਂ ਮੈਂ ਭਾਵਕਤਾ ਦੀ ਖਿੱਲੀ ਉਡਾਉਣ ਵਾਲਿਆਂ ਵਿੱਚੋਂ ਸਾਂ, ਪਰ ਉਸ ਦੇ ਸ਼ਬਦਾਂ ਨੇ ਮੇਰੇ ਉੱਤੇ ਟੂਣਾ ਕਰ ਦਿੱਤਾ। ਇਹ ਸ਼ਬਦ ਮੈਂ ਤੈਨੂੰ ਪਿਆਰ ਕਰਦੀ ਹਾਂ ਲੱਖਾਂ ਕਰੋੜਾਂ ਵਾਰ ਦੁਹਰਾਏ ਗਏ ਹੋਣਗੇ, ਪਰ ਹਾਲੇ ਵੀ ਸੱਜਰੇ ਸਨ। ਮਹੀਨੇ ਲੰਘ ਗਏ। ਮੈਂ ਦੁਪਾਸੀ ਜ਼ਿੰਦਗੀ ਬਸਰ ਕਰ ਰਿਹਾ ਸਾਂ, ਬੀਵੀ ਨਾਲ ਤੇ ਰਾਜੀ ਨਾਲ। ਇੱਕ ਦਿਨ ਰਾਜੀ ਨੇ ਮੈਨੂੰ ਪੁੱਛਿਆ, ਮੈਨੂੰ ਆਪਣੀ ਜ਼ਿੰਦਗੀ ਬਾਰੇ ਦੱਸ, ਕਿੰਨੀਆਂ ਕੁੜੀਆਂ ਨੂੰ ਪਿਆਰ ਕੀਤਾ ਹੈ ਤੂੰ? ਲੋਕ ਕਹਿੰਦੇ ਹਨ ਤੇਰੇ ਬਹੁਤ ਸਾਰੇ ਇਸ਼ਕ ਹੋਏ ਹਨ। ਮੈਨੂੰ ਨਹੀਂ ਪਤਾ। ਕਿਸੇ ਤੀਵੀ ਨਾਲ ਸੌ ਜਾਣਾ ਮੇਰੇ ਲਈ ਬਹੁਤੇ ਮਾਇਨੇ ਨਹੀਂ ਰੱਖਦਾ। ਮੈਂ ਇਕੱਲਾ ਰਹਿੰਦਾ ਸਾਂ। ਕੁੜੀਆਂ ਆਉਂਦੀਆਂ ਤੇ ਮੇਰੇ ਘਰ ਆ ਕੇ ਕੁਝ ਦਿਨ ਠਹਿਰ ਜਾਂਦੀਆਂ। ਦੋਸਤ, ਆਰਟਿਸਟ, ਪੇਂਟਰ ਤੁਰਤ ਮਿਲੀਆਂ ਵਾਕਿਫਕਾਰ। ਸ਼ਾਇਦ ਅਜੀਬ ਲੱਗ, ਪਰ ਗੱਲ ਸੱਚ ਸੀ ਇਹ ਕਿ ਮੈਂ ਕਦੇ ਪਹਿਲ ਨਹੀਂ ਕੀਤੀ ਸੀ। ਮੈਂ ਲਾਪਰਵਾਹ ਸਾਂ। ਮੇਰਾ ਨਿੱਕਾ ਘਰ ਸਭਨਾਂ ਦਾ ਡੇਰਾ ਸੀ। ਕਈ ਕੁੜੀਆਂ ਮੇਰੇ ਨਾਲ ਸੁੱਤੀਆਂ ਹੋਣਗੀਆਂ। ਮੈਂ ਸਮਝੋ ਜਿਵੇਂ ਕੋਈ ਗਸ਼ਤੀ ਸਾਂ। ਅਵਾਰਾ ਔਰਤ ਭਟਕਦੀ ਹੋਈ ਤੀਵੀ ਜਾਂ ਸਰੀਰ ਦੀ ਤ੍ਰਿਪਤੀ ਕਰਨ ਲਈ ਕਿਸੇ ਵੀ ਮਰਦ ਨਾਲ ਸੌਂ ਜਾਏ। ਬਸ ਗਰਮ ਖੂਨ ਤੇ ਗਰਮ ਸਾਹਾਂ ਦਾ ਜੋਸ਼ ਤੇ ਉਸ ਪਿੱਛੋਂ ਆਪਣੀਆਂ ਆਪਣੀਆਂ ਰਾਹਾਂ। ਪਰ ਤੂੰ ਇਹਨਾਂ ਸਭਨਾਂ ਤੋਂ ਵੱਖਰੀ ਹੈ। ਮੈਂ ਤੈਨੂੰ ਪਿਆਰ ਕਰਦਾ ਹਾਂ, ਮੈਂ ਤੇਰਾ ਹਾਂ। ਰਾਜੀ ਨੂੰ ਪਿਆਰ ਕਰਦਿਆਂ ਮੇਰਾ ਕਿਸੇ ਵੀ ਚੀਜ਼ ਨੂੰ ਲੁਕਾਉਣ ਨੂੰ ਜੀ ਨਹੀਂ ਸੀ ਕਰਦਾ। ਹਰ ਸੱਚ ਨੂੰ ਲੁਕੇ ਪਾਪ ਨੂੰ, ਦੱਬੇ ਹੋਏ ਰਾਜ ਨੂੰ ਖੋਲ੍ਹਣ ਤੇ ਦੱਸਣ ਨੂੰ ਜੀ ਕਰਦਾ। ਕੋਈ ਅਜਿਹੀ ਗੱਲ ਨਹੀਂ ਸੀ ਜਿਸ ਵਿੱਚ ਸ਼ਰਮ ਨਾ ਨਮੋਸ਼ੀ ਹੋਵੇ। ਹਰ ਚੀਜ਼ ਸੀਲਵੰਤੀ ਤੇ ਸੁੱਚੀ ਬਣ ਜਾਂਦੀ ਉਸ ਨਾਲ ਸਾਂਝੀ ਕਰਕੇ। ਮੈਂ ਉਸ ਨੂੰ ਦੱਸਿਆ ਕਿ ਮੈਂ 23 ਸਾਲ ਦਾ ਸਾਂ ਜਦੋਂ 18 ਸਾਲ ਦੀ ਇੱਕ ਕੁੜੀ ਨਾਲ ਪਿਆਰ ਹੋ ਗਿਆ। ਮੈਂ ਉਸ ਕੁੜੀ ਦੇ ਘਰ ਠਹਿਰੇ ਹੋਇਆ ਸਾਂ 1 ਮਹੀਨੇ ਲਈ। ਇੱਕ ਦਿਨ ਉਸ ਦੀ ਮਾਂ ਨੇ ਮੈਨੂੰ ਉਸ ਨਾਲ ਸੁੱਤੇ ਦੇਖ ਕੇ ਲੋਹਾ ਲਾਖਾ ਹੋ ਗਈ। ਉਸਨੇ ਆਖਿਆ, ਤੈਨੂੰ ਇਸ ਤਰ੍ਹਾਂ ਮੇਰੇ ਘਰ ਆ ਕੇ ਇਹ ਲੱਛਣ ਨਹੀਂ ਸੀ ਕਰਨਾ ਚਾਹੀਦਾ। ਮੇਰੀ ਧੀ ਦਾ ਵਿਆਹ ਹੁਣ ਹੋਣ ਵਾਲਾ ਹੈ। ਉਹ ਮਾਸੂਮ ਹੈ। ਮੈਂ ਆਪਣੀ ਅੱਖਾਂ ਹੇਠਾਂ ਇਹੋ ਜਿਹਾ ਕੰਮ ਬਰਦਾਸ਼ਤ ਨਹੀਂ ਕਰ ਸਕਦੀ। ਇਹ ਪਾਪ ਹੈ। ਮੈਂ ਸ਼ਰਮ ਦੇ ਮਾਰੇ ਰੋਣ ਲੱਗਿਆ। ਮੈਨੂੰ ਚੁੱਪ ਕਰਾਉਂਦਿਆਂ ਉਸ ਦੀ ਮਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮਮਤਾ ਨਾਲ ਆਪਣੇ ਸੀਨੇ ਨਾਲ ਲਾ ਲਿਆ। ਮੈਨੂੰ ਪੁੱਤਾਂ ਵਾਂਗ ਪਲੋਸਣ ਲੱਗੀ। ਰਾਤ ਨੂੰ ਮੇਰੀ ਮੰਜੀ ਤੇ ਆਈ ਤੇ ਮਾਂ ਬਣ ਕੇ ਮੈਨੂੰ ਚੁੰਮਣ ਲੱਗੀ ਤੇ ਫਿਰ ਇਹੋ ਮਮਤਾ ਨੰਗੀ ਸਹਿਬਤ ਵਿੱਚ ਬਦਲ ਗਈ। ਉਸ ਪਿੱਛੋਂ ਮਾਂ ਅਤੇ ਧੀ ਦੋਵੇਂ ਮੇਰੇ ਨਾਲ ਸੌਣ ਲੱਗੀਆਂ। ਰਾਜੀ ਹੱਸ ਕੇ ਬੋਲੀ, ਜੇ ਮੈਂ ਤੇਰੀ ਮਾਂ ਹੁੰਦੀ ਤਾਂ ਮੈਂ ਵੀ ਤੈਨੂੰ ਕਿਤੇ ਕੱਢ ਕੇ ਲੈ ਜਾਂਦੀ। ਜੀ ਇੱਥੇ ਹੀ ਕਰਦੇ ਹਾਂ ਇਸ ਭਾਗ ਦੀ ਸਮਾਪਤੀ। ਮਿਲਦੇ ਹਾਂ ਅਗਲੇ ਭਾਗ ਵਿੱਚ। ਤਦ ਤੱਕ ਲਈ ਰੱਬ ਰਾਖਾ।